नाजराने रूए गुर गोबिंद सिंह मस्त हक दर कूए गुर गोबिंद सिंह खाक बोसे पाए गुर गोबिंद सिंह मुकबल अज आलाए गुर गोबिंद सिंह कादरे हर कार गुर गोबिंद सिंह वे कसारा यार गुर गोबिंद सिंह साज दो मकसूद गुर गोबिंद सिंह जुमला फैजो जूद गुर गोबिंद सिंह सरवरां ताज गुर गोबिंद सिंह वर्तरी मेराज गुर गोबिंद सिंह अशर कुदसी राम गुर गोबिंद सिंह वासफे अकराम गुर गोबिंद सिंह ओम कुदस बकार गुर गोबिंद सिंह गाशिया वरदार गुर गोबिंद सिंह कदर कुदरत पेश गुर गोबिंद सिंह इनकी याद अंदेश गुर गोबिंद सिंह त्या उलवी खाक गुर गोबिंद सिंह चाकरे चालाक गुर गोबिंद सिंह तख्त वाला ज़ेर गुर गोबिंद सिंह ला मकाने सैर गुर गोबिंद सिंह बदतर बरतर अज हर कदर गुर गोबिंद सिंह यावे दानी सदर गुर गोबिंद सिंह आलमे रोशन जे गुर गोबिंद सिंह यान दिल गुलशन जे गुर गोबिंद सिंह रोज अफजू जाहे गुर गोबिंद सिंह जेब तख्तो गहा गुर गोबिंद सिंह मुर्शिदुल दारैन गुर गोबिंद सिंह बीन शेहर ऐन गुर गोबिंद सिंह जुमला दर फरमान गुर गोबिंद सिंह वर्तर आमद शान गुर गोबिंद सिंह हर दो आलम खैल गुर गोबिंद सिंह जुमला अंदर जैल गुर गोबिंद सिंह वागिबो वहाब गुर गोबिंद सिंह
ਫਾਤਿਹੇ ਹਰ ਬਾਬ ਗੁਰ ਗੋਬਿੰਦ ਸਿੰਘ। ਸ਼ਾਮਲੁਲ ਅਸ਼ਫਾਕ ਗੁਰ ਗੋਬਿੰਦ ਸਿੰਘ। ਕਾਮਲੁਲ ਅਖਲਾਕ ਗੁਰ ਗੋਬਿੰਦ ਸਿੰਘ। ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ। ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਜ਼ੁਮਲਾ ਰੋਜ਼ੀ ਖਾਰ ਗੁਰ ਗੋਬਿੰਦ ਸਿੰਘ। ਫੈਜ਼ ਹਕਮ ਤਾਰ ਗੁਰ ਗੋਬਿੰਦ ਸਿੰਘ। ਵਿਸ਼ਤੋ ਹਫਤ ਗਦਾਏ ਗੁਰ ਗੋਬਿੰਦ ਸਿੰਘ। ਹਫਤ ਹਮ ਸ਼ੈਦਾਏ ਗੁਰ ਗੋਬਿੰਦ ਸਿੰਘ। ਖਾਕ ਰੋਵ ਸ਼ਰਾਏ ਗੁਰ ਗੋਬਿੰਦ ਸਿੰਘ। ਖੁਮਸ ਬਸਫ ਪੈਰਾਏ ਗੁਰ ਗੋਬਿੰਦ ਸਿੰਘ। ਬਰਦੋ ਆਲਮ ਦਸ਼ਸ਼ ਗੁਰ ਗੋਬਿੰਦ ਸਿੰਘ। ਜੁਮਲਾ ਉਲਵੀ ਪਸ਼ਤ ਗੁਰ ਗੋਬਿੰਦ ਸਿੰਘ। ਲਾਲ ਸਗ ਗੁਲਾਮ ਗੁਰ ਗੋਬਿੰਦ ਸਿੰਘ। ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ। ਕਮਤਰੀ ਜੇ ਸ਼ਗਾਨ ਗੁਰ ਗੋਬਿੰਦ ਸਿੰਘ। ਰੇਜ਼ਾ ਚੀਨੇ ਖਾਨ ਗੁਰ ਗੋਬਿੰਦ ਸਿੰਘ। ਬਾਦ ਜਾਨਸ਼ ਫਿਦਾਏ ਗੁਰ ਗੋਬਿੰਦ ਸਿੰਘ। ਫਰਕ ਓ ਬਰ ਪਾਏ ਗੁਰ ਗੋਬਿੰਦ ਸਿੰਘ। ਕਮਤਰੀ ਜੇ ਸ਼ਗਾਨ ਗੁਰ ਗੋਬਿੰਦ ਸਿੰਘ। ਰੇਜਾ ਚੀਨੇ ਖਾਨ ਗੁਰ ਗੋਬਿੰਦ ਸਿੰਘ। ਬਾਦ ਜਾਨਸ਼ ਫਿਦਾਏ ਗੁਰ ਗੋਬਿੰਦ ਸਿੰਘ। ਫਰਕ ਓ ਬਰ ਪਾਏ ਗੁਰ ਗੋਬਿੰਦ ਸਿੰਘ। ਸ਼ਾਹੀ ਸ਼ਾਹਿਨਸ਼ਾਹ ਗੁਰ ਗੋਬਿੰਦ ਸਿੰਘ। ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਇਹ ਕਾਰਨ ਪ੍ਰਭ ਮੋਹਿ ਪਠਾਇਓ। ਤਬ ਮੈਂ ਜਗਤ ਜਨਮ ਧਰ ਆਇਓ। ਜਿਮ ਦਿਨ ਕਹੀ ਇਨੈ ਤਿਮ ਕਹਿਓ। और किसू ते बैर न गहो। जो हमको परमेश्वर उच्चर है ते सब नरक कुंड में पर है। मोह को दास तवन का जानो जा मैं भेद न रंच पछानो। मैं हूँ परम पुरख को दासा
ਦੇਖਣ ਆਇਓ ਜਗਤ ਤਮਾਸ਼ਾ। ਜੋ ਪ੍ਰਭ ਜਗਤ ਕਹਾ ਸੋ ਕਹਿਓ, ਮ੍ਰਿਤ ਲੋਗ ਦੇ ਮੋਨ ਨਾ ਰਹੋ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਜਨਮ ਧਰ ਲਿਓ। ਪਟਨਾ ਸ਼ਹਿਰ ਵਿਖੈ ਭਵ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਬੰਦੀ ਛੋੜ ਸਤਿਗੁਰਾਂ ਦੇ ਸਾਜੇ ਨਵਾਜੇ ਗੁਰੂ ਖਾਲਸਾ ਗੁਰਸੰਗਤ ਜੀਓ। ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਜੋ ਬੰਦੀ ਛੋੜ ਦਾਤੇ ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਇਹ ਮੁਬਾਰਕ ਅਸਥਾਨ ਦਰਬਾਰ ਸ੍ਰੀ ਦਮਦਮਾ ਸਾਹਿਬ ਵਿਖੇ ਰਹਿਣ ਬਤੀਤ ਹੋਈ। ਅੰਮ੍ਰਿਤ ਵੇਲੇ ਤੋਂ ਸ਼ਾਹੀ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ, ਜਿਨ੍ਹਾਂ ਦੇ ਅਵਤਾਰ ਦਿਹਾੜੇ ਜੋੜ ਮੇਲ ਮਨਾਉਂਦੇ ਹੋਇਆਂ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ, ਨਿਤਨੇਮ ਬਾਣੀ ਦੇ ਜਾਪ ਹੋਏ। ਗੁਰਮੁਖਾਂ ਰਾਗੀ ਸਿੰਘਾਂ ਨੇ ਆਸਾ ਜੀ ਦੀ ਵਾਰ ਸ਼ਬਦ ਕੀਰਤਨ ਗਾਇਨ ਕੀਤਾ। ਅਰਦਾਸ ਬੇਨਤਾ ਹੋਇਆ, ਕੁੱਲ ਆਲਮ ਦੀ ਸੱਚੀ ਸਰਕਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ। ਇਸ ਵੇਲੇ ਸਾਧ ਸੰਗਤ ਜੀ ਗੁਰਬਾਣੀ ਵਿਚਾਰ ਦਾ ਸਮਾਂ ਹੋਇਆ ਹੈ। ਗੁਰੂ ਕੇ ਹਜ਼ੂਰੀ ਰਾਗੀ ਸਿੰਘਾਂ ਨੇ ਦਸ਼ਮੇਸ਼ ਪਿਤਾ ਜੀ ਦੇ ਆਗਮਨ ਪੁਰਬ ਅਵਤਾਰ ਦਿਹਾੜਿਆਂ ਦੇ ਨਿਮਿਤ ਸ਼ਬਦ ਗਾਇਨ ਕੀਤੇ ਕਿ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੈ ਭਵ ਲਿਓ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਧੰਨ ਗੁਰਦੇਵ ਮਾਤਾ ਦਾਦੀ ਮਾਤਾ ਗੁਜਰੀ ਸਾਹਿਬ ਜੀ, ਜਿਨ੍ਹਾਂ ਦੀ ਅੰਮ੍ਰਿਤ ਪਾਵਨ ਕੁੱਖ ਤੋਂ ਪੰਥ ਦੇ ਵਾਲੀ ਜ਼ਬਰ ਜ਼ੁਲਮ ਦਾ ਖਾਤਮਾ ਕਰਨ ਲਈ ਗਰੀਬਾਂ ਤੇ ਮਜ਼ਲੂਮਾਂ, ਦੱਬੇ ਕੁਚਲੇ, ਡਿੱਗੇ ਢੱਠੇ ਮਾਸੂਮਾਂ ਨੂੰ ਨਵਾਜਣ ਵਾਸਤੇ ਪਾਤਸ਼ਾਹ ਨੇ ਅਵਤਾਰ ਧਾਰਨ ਕੀਤਾ। ਤੇ ਉਹ ਜਨਮ ਸਥਾਨ ਤਖਤ ਸ੍ਰੀ ਪਟਨਾ ਸਾਹਿਬ ਬਹੁਤ ਵੱਡਾ ਉਤਸਵ ਅੱਜ ਦੇ ਦਿਨ ਉੱਥੇ ਹੋ ਰਿਹਾ ਹੈ। ਸਾਰਾ ਵਿਸ਼ਵ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਤੇ ਹੋਰ ਵੀ ਜਿਤਨੇ ਗੁਰੂ ਪਿਆਰ ਵਾਲੇ ਨੇ ਬੜੀ ਧੂਮ ਧਾਮ ਦੇ ਸਹਿਤ ਸਾਰਾ ਗੁਰੂ ਕਾ ਪਰਿਵਾਰ, ਸਾਰੀਆਂ ਸੰਪਰਦਾਵਾਂ, ਕਾਰ ਸੇਵਾ, ਨਿਰਮਲ ਉਦਾਸੀਆਂ ਤੋਂ ਲੈ ਕੇ
ਤੇ तमाम दलों पंथां मिसलां ने इकट्ठे हो के तख्त श्री पटना साहिब विखे वो शताब्दी नूं मनाया है। अज उहदी संपूर्णता होवेगी। ये ईसवी संमत दे नवें साल दी ये 5 तरीक है। साध संगत जी, धन गुरु गोबिंद सिंह साहिब पातशाह आम करके ही विद्वान लोग कह लो या प्रचारक कह लो, वो दूजे नाल तुलना करते हैं। ते ये कह लो भी जोग नहीं है। एक गुरु परमेश्वर है, आप परमेश्वर, एक उहदे अवतार ने, उन्हां तो हेठां एक आम दुनियादारी है। पर उन्हां दी मुकाबलेबाजी नहीं करनी चाहिए भी वो जी इन्ने वड्डे सी, फलाने ने आउं करिया। ये धर्म की दुनिया 'च ये गल बिल्कुल वाजिब नहीं है। सारे फुल ने पर रंग रूप दे खुशबू सब दी आपो अपनी है। जे कवे भी गेंदे दा फुल वो गुलाब दी रीस नहीं करता, वो तो जीरो है, ये कहना भी गलत होवेगा। अपनी जगह ते वो मुबारक है। खास करके इहो जे दिहाड़ियां ते प्रचारक लोग दूजे अवतारां दी होरां दी उदाहरणां दे के उन्हां नूं नीवां विखा के गुरु जी दी उच्ची शोभा करते हैं। चमकौर दी गढ़ी का ही प्रसंग ला लो। अक्सर इत्थे हर एक प्रचारक कहता वो रामचंद्र जी बनवास जान लगे सी, उन्हां दा पिता महल तो डिग के चढ़ाई कर गया। कोई जरूरी है ये दसना? उन्हां दी भी कुर्बानी है। त्रेते युग दे अवतार होए ने, मिलना राज भाग सी, मिल गया बनवास। ते उन्हां दा जेरा वेखो, कहंदे मेरे पिता दा बचन है बई, मेरी मां नूं बचन दिता सीगा, वो पूरा करता। हुण मैनूं बनवास मिल गया, दूजे भाई नूं राज दिओ। अक्सर ये प्रसंग सुनाए जाते हैं भी कलगीधर जी ने अपने साहिबजादियां नूं आप संगार के जंग नूं तोरिया। दूजे पासे रामचंद्र जी दे पिता जी विछोड़ा ना सहारदे होए महलों तो डिग पे, छाल मार दी। ये सरासर ही गलत है। अपने सतगुरु की वड्याई करो। थोड़ा खजाना आदि गुरु ग्रंथ साहिब, दसम गुरु ग्रंथ साहिब, सरबलो गुरु ग्रंथ साहिब, भाई नंद लाल, भाई गुरदास, 14 पोथियां गुरप्रताप सूरज ग्रंथ दियां ने, ज्ञानी ज्ञान सिंह, रतन सिंह भंगू पंथ प्रकाश, गुरबिलास पातशाही सेवी, भाई सुखा सिंह। किड्डा वड्डा इतिहास है, सारी उम्र गाई जाओ। पर दूजे नाल मुकाबला करके दसना ये गुरु पातशाह दे इतिहास का हिस्सा नहीं है। वो भी सारे महाराज दे हुक्म च ही आए ने। गुरबाणी तो यह कहती है, तू ही राम श्री कृष्ण तुम, तू ही विष्णु को रूप, तू ही प्रजा सब जगत की, तू ही आप ही भूप। महाराज कहते उन्होंने युगों च विष्णु जी भी आप ही होए, कृष्ण जी भी आप ही होए, रामचंद्र जी भी आप ही होए। आ सारी प्रजा भी परमेश्वर ही है। तू ही प्रजा सब जगत की, पब्लिक दे विच भी उही वसदा ते इन्हां ते राज करन वालियां च भी उही बैठा। कहते मंदा किसनों आखी है, जां तिस बिन कोई ना है। इस करके सतगुरां ने अपनी कथा आप दसी है अपनी बाणी अंदर। दसम गुरु ग्रंथ साहिब दे विच वचित्र नाटक नाम की जिहड़ी गुरबाणी है, उहदे च कलगीधर जी ने अपनी कथा वर्णन करी है।
ਤੇ ਜਿਹਦੇ ਇਹ ਪਾਵਨ ਸ਼ਬਦਾਂ ਵਿੱਚ ਸਤਿਗੁਰੂ ਫਰਮਾਨ ਕਰਦੇ ਨੇ, ਅਬ ਮੈਂ ਆਪਣੀ ਕਥਾ ਵਖਾਨੋ, ਤਪ ਸਾਧਤ ਜਿਹ ਬਿਦ ਮੋਹਿ ਆਨੋ। ਕਲਗੀਧਰ ਸਾਹਿਬ ਕਹਿੰਦੇ ਹੁਣ ਭਾਈ 24 ਅਵਤਾਰਾਂ ਦੀ ਕਥਾ ਤੁਹਾਨੂੰ ਸੁਣਾਤੀ, ਜਿਹੜੇ ਪਹਿਲਾਂ ਯੁੱਗਾਂ 'ਚ ਹੋਏ, ਆਉਣ ਵਾਲੇ ਨੇਕ ਕਲੰਕ ਅਵਤਾਰ ਬਾਰੇ ਵੀ ਦੱਸਤਾ। ਪਹਿਲਾਂ ਬੀਤਾ ਸਮਾਂ, ਆਉਣ ਵਾਲਾ ਸਮਾਂ, ਚੱਲ ਰਿਹਾ ਸਮਾਂ, ਸਾਰੇ ਵਰਣਨ ਕਰਤੇ ਪਾਤਸ਼ਾਹ ਨੇ। ਤੇ ਅਖੀਰ ਤੇ ਕਹਿੰਦੇ ਹੁਣ ਆਪਾਂ ਆਪਣੀ ਵੀ ਵਾਰਤਾ ਕਹੀਏ, ਆਪਣੀ ਗੱਲ ਕਰੀਏ। ਤਾਂ ਸਤਿਗੁਰੂ ਫਰਮਾਨ ਕਰਦੇ ਨੇ, ਅਬ ਮੈਂ ਆਪਣੀ ਕਥਾ ਵਖਾਨੋ, ਤਪ ਸਾਧਤ ਜਿਹ ਬਿਦ ਮੋਹਿ ਆਨੋ। ਮਹਾਰਾਜ ਕਹਿੰਦੇ ਹੁਣ ਮੈਂ ਆਪਣੀ ਕਥਾ ਦੱਸਦਾ ਖਾਲਸਾ ਜੀ। ਜਿਸ ਤਰ੍ਹਾਂ ਤਪ ਕਰਦਿਆਂ ਕਰਦਿਆਂ ਜਿਹੜੀ ਵਿਧੀ ਦੇ ਨਾਲ ਅਕਾਲ ਪੁਰਖ ਨੇ ਮੈਨੂੰ ਇਸ ਦੁਨੀਆ ਦੇ ਵਿੱਚ ਭੇਜਿਆ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਮਹਾਰਾਜ ਕਹਿੰਦੇ ਹੇਮਕੁੰਟ, ਹੇਮ ਨਾਮ ਹੈ ਬਰਫ਼ ਦਾ, ਕੁੰਟ ਨਾਮ ਹੈ ਉਹਦੇ ਆਸੇ ਪਾਸੇ 7 ਪਹਾੜੀਆਂ ਨੇ, ਤੇ ਵਿਚਾਲੇ ਉਹ ਕੁੰਡਾ ਬਣਿਆ ਹੋਇਆ। ਆਮ ਦੇਸੀ ਭਾਸ਼ਾ 'ਚ ਕੁੰਡਾ ਕਹਿ ਦਿੰਦੇ ਆ, ਤੇ ਖਾਲਸੇ ਦੇ ਬੋਲ ਬਾਲੇ 'ਚ ਸੁਨਹਿਰਾ ਕਹਿ ਦਿੰਦੇ ਆ। ਉਹ 7 ਚੋਟੀਆਂ ਦੇ ਵਿਚਾਲੇ ਕੁੰਟ ਬਣਿਆ ਹੋਇਆ ਬਰਫ਼ ਦਾ। ਮਹਾਰਾਜ ਕਹਿੰਦੇ ਉਹ ਹੇਮਕੁੰਟ ਪਰਬਤ ਹੈ ਜਹਾਂ, ਜਿੱਥੇ ਉਹ ਪਰਬਤ ਹੈ ਨਾ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਹੁਣ ਬਰਫਾਂ ਦੇ ਢੱਗੇ ਦਾ ਹੋਰ ਬਹੁਤ ਪਹਾੜ ਪਏ ਨੇ, ਜਿੱਥੇ 24 ਤੇ ਸਾਰਾ ਸਾਲ ਹੀ ਜਿਹੜੀ ਬਰਫ਼ ਪੈਂਦੀ ਰਹਿੰਦੀ ਆ, ਢੱਗੇ ਹੀ ਰਹਿੰਦੇ ਨੇ। ਪਰ ਉਹਨਾਂ ਦੀ ਨਿਸ਼ਾਨੀ ਦੱਸੀ ਮਹਾਰਾਜ, ਕਹਿੰਦੇ ਉੱਥੇ ਭਾਈ 7 ਚੋਟੀਆਂ ਨੇ ਉਹਦੇ ਆਸੇ ਪਾਸੇ, ਤੇ ਹੁਣ ਉਹਨਾਂ ਤੇ ਨਿਸ਼ਾਨ ਸਾਹਿਬ ਝੁਲਦੇ ਆ। ਸਪਤ ਸ੍ਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ। ਇਹ ਵੀ ਹੋ ਸਕਦਾ ਵੀ 7 ਚੋਟੀਆਂ ਕਿਸੇ ਹੋਰ ਜਗ੍ਹਾ ਤੇ ਵੀ ਹੋ ਸਕਦੀਆਂ ਨੇ, ਬਰਫ਼ ਦਾ ਕੁੰਡ ਕਿਤੇ ਹੋਰ ਵੀ ਬਣਿਆ ਹੋ ਸਕਦਾ। ਨਾਲ ਮਹਾਰਾਜ ਨੇ ਇੱਕ ਹੋਰ ਨਿਸ਼ਾਨੀ ਦੱਸੀ, ਕਹਿੰਦੇ ਪੰਡ ਰਾਜ ਜਹ ਜੋਗ ਕਮਾਵਾ। ਪਾਂਡਵਾਂ ਦੇ ਪੰਡੂ ਰਾਜੇ ਨੇ, ਵੱਡੇ ਬਜ਼ੁਰਗ ਨੇ ਉੱਥੇ ਤਪ ਕੀਤਾ, ਜੋਗ ਕਮਾਇਆ। ਇਹ ਨਿਸ਼ਾਨੀ ਆ ਉਹਦੀ। ਤਹ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਮਹਾਰਾਜ ਕਹਿੰਦੇ ਉਹ ਜਗ੍ਹਾ ਤੇ ਅਸੀਂ ਬਹੁਤ ਸਾਧਨਾ ਤਪੱਸਿਆ ਕੀਤੀ ਹੈ। ਤੇ ਤਪੱਸਿਆ ਕਿਹਨਾਂ ਦੀ ਕੀਤੀ ਹੈ? ਮਹਾਕਾਲ। ਤੇ ਮਹਾਕਾਲ ਦੇ ਬਾਬਤ ਗੁਰਬਾਣੀ 'ਚ ਮਹਾਰਾਜ ਨੇ ਹੋਰ ਬਹੁਤ ਬਚਨ ਉਚਾਰੇ ਨੇ। ਮਹਾਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਥਾਰੋ। ਮਹਾਕਾਲ ਕੀ ਸਰਨ ਪਰੇ ਸੋ ਲਏ ਬਚਾਏ। ਇਹ ਮਹਾਕਾਲ ਦੇ ਬਹੁਤ ਵਾਚਕ ਨੇ। ਮਹਾਕਾਲ ਕਾਲ ਕਾ, ਇੱਥੇ ਉਹ ਕਾਲੀ ਕਲਕੱਤੇ ਵਾਲੀ ਦਾ ਪ੍ਰਸੰਗ ਨਹੀਂ ਹੈ। ਕਈ ਜ਼ਿਆਦਾ ਗਿਆਨਵਾਨ ਉਹ ਕਹਿੰਦੇ ਜੀ ਉੱਥੇ ਕਾਲੀ ਦੀ ਤਪੱਸਿਆ ਕਰੀ ਮਹਾਰਾਜ। ਉਹ ਕਾਲਕਾ ਸ਼ਬਦ ਤੋਂ ਉਹ ਕਲਕੱਤੇ ਵਾਲੀ ਕਾਲੀ ਦਾ ਪੱਖ ਲੈ ਜਾਂਦੇ। ਪਰ ਕਾਲਕਾ ਦਾ ਸਿੱਧਾ ਹੀ ਸ਼ਬਦ ਹੈ ਕਾਲ ਦਾ, ਸਮੇਂ ਦਾ। ਮਹਾਕਾਲ ਜਿਹਨੇ ਸਮਾਂ ਬਣਾਇਆ, ਸਮੇਂ ਦੇ ਵਿੱਚ ਦੁਨੀਆ ਬਣਾਈ ਤੇ ਫਿਰ ਉਹਨੂੰ ਨਸ਼ਟ ਕਰੇਗਾ, ਉਹਨੂੰ ਕਹਿੰਦੇ ਨੇ ਮਹਾਕਾਲ। ਮਹਾਕਾਲ ਕਾਲ ਕਾ, ਕਾਲ ਕਹੀਏ ਕਾਲ ਦਾ ਵੀ ਮਹਾਕਾਲ। ਉਹ ਵਾਹਿਗੁਰੂ ਪਰਮੇਸ਼ਰ ਹੈ, ਇੱਕ ਓੰਕਾਰ ਵਾਹਿਗੁਰੂ ਪਰਮੇਸ਼ਰ ਹੈ। ਮਹਾਰਾਜ ਕਹਿੰਦੇ ਉਹਦੀ ਅਰਾਧਨਾ ਕਰੀ ਅਸੀਂ ਹੇਮਕੁੰਟ ਦੇ ਪਰਬਤ ਤੇ। ਇਹ ਬਿਦ ਕਰਤ ਤਪੱਸਿਆ ਭਇਓ, ਦੁਐਤੇ ਏਕ ਰੂਪ ਹੋਇ ਗਇਓ। ਮਹਾਰਾਜ ਕਹਿੰਦੇ ਐਡੀ ਮਿਹਰ ਕੀਤੀ ਅਕਾਲ ਪੁਰਖ ਨੇ। ਇਹ ਵਿਧੀ ਨਾਲ ਅਸੀਂ ਤਪੱਸਿਆ ਕਰਦਿਆਂ ਕਰਦਿਆਂ ਆਤਮਾ ਤੇ ਪਰਮਾਤਮਾ ਇੱਕ ਦੂਜੇ ਵਿੱਚ ਮਿਲ ਗਏ।
ਜਿਹੜੀ ਮੇਰੀ ਆਤਮਾ ਸੀ ਮਹਾਰਾਜ ਕਹਿੰਦੇ ਦੁਸ਼ਟ ਦਮਨ ਦੀ, ਉਹ ਪਰਮਾਤਮਾ ਦੇ ਵਿੱਚ ਭੇਦ ਹੋ ਗਈ। ਆਤਮ ਹੈ ਪਰਮਾਤਮ ਹੈ, ਆਤਮ ਬਸ ਹੈ ਜਸ ਕੇ ਜਸ ਹੈ, ਦੁਐ ਤੇ ਏਕ ਰੂਪ ਹੋਇਆ ਗਇਓ। ਮਹਾਰਾਜ ਕਹਿੰਦੇ ਦੋ ਰੂਪਾਂ ਤੋਂ ਇੱਕ ਰੂਪ ਹੋ ਗਏ ਫਿਰ ਅਸੀਂ। ਤੇ ਅੱਗੇ ਹੁਣ ਆਪਣੇ ਗੁਰਦੇਵ ਮਾਤਾ ਤੇ ਗੁਰਦੇਵ ਪਿਤਾ ਦਾ ਪ੍ਰਸੰਗ ਦੱਸਦੇ ਨੇ ਕਲਗੀਧਰ ਸਾਹਿਬ। ਸਾਡੇ ਦਾਦੀ ਦਾਦਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰਦੇਵ ਮਾਤਾ ਗੁਜਰੀ ਸਾਹਿਬ ਜੀ। ਤਾਤ ਮਾਤ ਮੁਰ ਅਲਖ ਅਰਾਧਾ। ਤਾਤ ਹੁੰਦਾ ਪਿਤਾ, ਮਾਤ ਹੁੰਦੀ ਹੈ ਮਾਤਾ। ਮਹਾਰਾਜ ਕਹਿੰਦੇ ਮੇਰੇ ਮਾਤਾ ਪਿਤਾ ਨੇ ਅਲਖ, ਜਿਹੜਾ ਨਾ ਲਖੇ ਜਾਣ ਵਾਲਾ, ਨਾ ਜਾਣੇ ਜਾਣ ਵਾਲਾ, ਉਹ ਵਾਹਿਗੁਰੂ ਪਰਮੇਸ਼ਰ ਨੂੰ ਅਰਾਧਾ, ਉਹਨਾਂ ਦੀ ਅਰਾਧਨਾ ਕੀਤੀ। ਤੇ ਅਰਾਧਨਾ ਕਰੀ ਬਾਬਾ ਬਕਾਲਾ ਸਾਹਿਬ। 32 ਸਾਲ ਸਤਿਗੁਰੂ ਭੋਰੇ 'ਚ ਬੈਠੇ ਰਹੇ। ਦਾਦੀ ਮਾਤਾ ਉਹਨਾਂ ਦੀ ਸੇਵਾ 'ਚ ਲੱਗੀ ਰਹੀ। ਇੰਨਾ ਜਤ ਸਤ ਕਦੇ ਨਹੀਂ ਕਿਹਾ ਮੈਨੂੰ ਪੁੱਤਰ ਦੀ ਦਾਤ ਬਖਸ਼ੋ, ਸੇਵਾ 'ਚ ਹੀ ਲੱਗੇ ਰਹੇ। ਤੇ ਫਿਰ ਭਗਤੀ ਜੋ ਸ਼ਕਤੀ ਪੈਦਾ ਹੁੰਦੀ ਆ ਸਾਧ ਸੰਗਤ ਜੀ, ਉਹ 32 ਸਾਲਾਂ ਦੀ ਭਗਤੀ, ਇਧਰੋਂ ਅਕਾਲ ਪੁਰਖ ਨੇ ਵੀ ਫਤਿਹ ਦਾ ਡੰਕਾ ਵਜਾਤਾ। ਹੇਮਕੁੰਟ ਦੇ ਪਰਬਤ ਦੇ ਵੀ ਨਾਲ ਕਾਰਗੁਜ਼ਾਰੀ ਚੱਲ ਰਹੀ ਹੈ। ਕਹਿੰਦੇ ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ। ਬਹੁਤ ਵਿਧੀਆਂ ਦੇ ਨਾਲ ਜੋਗ ਕਹੀਏ ਪਰਮੇਸ਼ਰ ਦੀ ਭਗਤੀ ਦੀ ਸਾਧਨਾ ਨੂੰ ਸਾਧਿਆ, ਬੰਦਗੀ ਕੀਤੀ। ਭਾਵ ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਤਿੰਨ ਉਹਨਾਂ ਮਾਤਾ ਪਿਤਾ ਨੇ ਅਲਖ ਕਹੀਏ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸੇਵਾ ਕਰੀ, ਬੰਦਗੀ ਕਰੀ, ਤੇ ਉਹ ਬੰਦਗੀ ਕਰਕੇ ਨਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਗੁਰ ਕਹੀਏ ਚੇਤਨ ਸਰੂਪ, ਦੇਵਾ ਕਹੀਏ ਪ੍ਰਕਾਸ਼ ਰੂਪ। ਭਾਵ ਕਿ ਇੱਕ ਓੰਕਾਰ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋ ਗਏ। ਤਿਨ ਪ੍ਰਭ ਜਬ ਆਇਸ ਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਉਧਰੋਂ ਤਾਂ ਇੱਧਰ ਭਗਤੀ ਚੱਲ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਦਾਦੀ ਮਾਤਾ ਦੀ, ਤੇ ਉਧਰ ਅਕਾਲ ਪੁਰਖ ਨੇ ਵੀ ਹੇਮਕੁੰਟ ਦੇ ਪਰਬਤ ਤੇ ਜਾ ਕੇ ਦੁਸ਼ਟ ਦਮਨ ਨੂੰ ਜਗਾ ਲਿਆ। ਉਹ ਭਗਤੀ 'ਚ ਜੁੜੇ ਹੋਏ ਸੀ। ਇੱਥੇ ਇੱਕ ਟੂਕ ਮਾਤਰ ਸ਼ਬਦ ਹੋਰ ਵਿਚਾਰਨਯੋਗ ਹੈ। ਹੇਮਕੁੰਟ ਸਾਹਿਬ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਹਜੂਰ ਸਾਹਿਬ ਵਾਲੇ ਸਥਾਨ ਤੇ ਤਪੱਸਿਆ ਕਰਕੇ ਆਏ ਨੇ। ਗੋਦਾਵਰੀ ਨਦੀ ਦੇ ਕੰਢੇ ਜੁਗਾਂ ਜੁਗੰਤਰਾਂ ਦੀ ਤਪੱਸਿਆ ਕੀਤੀ ਪਾਤਸ਼ਾਹ ਨੇ। ਤੇ ਫਿਰ ਜਦੋਂ ਹੇਮਕੁੰਟ ਪਰਬਤ ਨੂੰ ਜਾਣ ਲੱਗੇ, ਸਾਧ ਸੰਗਤ ਜਦੋਂ ਕੋਈ ਵੀ ਨਾਮ ਜਪਣਾ ਆਰੰਭ ਕਰਦਾ ਨਾ, ਪਹਿਲਾਂ ਨਾਮ ਉਹਦੇ ਅੰਦਰ ਦੀ ਮੈਲ ਕੱਟਦਾ, ਫਿਰ ਉਹਦੇ ਕਰਮਾਂ 'ਚ ਜਿਹੜੇ ਲੇਖੇ ਜੋਖੇ ਚੰਗਿਆਈਆਂ ਬੁਰਾਈਆਂ ਉਹ ਸਾਰੀਆਂ ਕੱਟਦਾ, ਫਿਰ ਜਾ ਕੇ ਜੀਵਨ ਮੁਕਤੀ ਦੀ ਅਵਸਥਾ ਆਉਂਦੀ ਹੈ। ਤੇ ਫਿਰ ਜਿਹਨੂੰ ਬ੍ਰਹਮ ਗਿਆਨ ਕਹਿੰਦੇ ਆ, ਤ੍ਰੈ ਕਾਲ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤ੍ਰੈ ਕਾਲ ਤੋਂ ਮਤਲਬ ਤਿੰਨ ਸਮੇਂ, ਇੱਕ ਲੰਘ ਚੁੱਕਾ, ਇੱਕ ਚੱਲ ਰਿਹਾ, ਇੱਕ ਆਉਣ ਵਾਲਾ। ਇਹ ਸਮੇਂ ਦੀਆਂ ਤਿੰਨ ਨਿਸ਼ਾਨੀਆਂ ਨੇ। ਇਹਨਾਂ ਕਰਕੇ ਜਾਣਿਆ ਜਾਂਦਾ ਸਮੇਂ। ਇੱਕ ਭੂਤ ਕਾਲ, ਇੱਕ ਵਰਤਮਾਨ, ਇੱਕ ਆਉਣ ਵਾਲਾ ਭਵਿੱਖਤ ਕਾਲ। ਤੇ ਜਦੋਂ ਕੋਈ ਬੰਦਗੀ ਕਰੇ, ਉਹਨੂੰ ਤਿੰਨਾਂ ਸਮਿਆਂ ਦਾ ਹੀ ਪਤਾ ਲੱਗ ਜਾਂਦਾ ਵੀ ਲੰਘੇ 'ਚ ਕੀ ਹੋਇਆ ਸੀ ਦੁਨੀਆ ਤੇ, ਹੁਣ ਕੀ ਚੱਲ ਰਿਹਾ, ਆਉਣ ਵਾਲੇ ਸਮੇਂ 'ਚ ਕੀ ਹੋਵੇਗਾ। ਤਾਂ ਕਰਕੇ ਜਦੋਂ ਸੱਚਖੰਡ ਵਾਲੇ ਸਥਾਨ ਤੇ ਗੋਦਾਵਰੀ ਨਦੀ ਦੇ ਕੰਢੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੰਦਗੀ ਕਰ ਰਹੇ ਸੀ, ਤਾਂ ਉਹਨਾਂ ਨੂੰ ਆਕਾਸ਼ਬਾਣੀ ਹੋਈ। ਉਹ ਕੀ
ਬੀਤੇ ਹੋਏ ਸਮੇਂ ਦੀ ਇਹ ਆਕਾਸ਼ਬਾਣੀ ਹੋਈ ਬਈ ਹਜ਼ਾਰਾਂ ਯੁੱਗ ਪਹਿਲਾਂ ਕਲਪ ਕਲਪਾਂਤਰਾਂ ਦੈਂਤਾਂ ਦਾ ਇੰਨਾ ਬੋਲ ਬਾਲਾ ਵੱਧ ਗਿਆ, ਰਾਖਸ਼ਾਂ ਦਾ। ਪਤਾਲ ਤੇ ਉਹਨਾਂ ਦਾ ਹੈਗਾ ਹੀ ਆ, ਇਹਨੂੰ ਹੀ ਤਿੰਨ ਲੋਕ ਕਹਿੰਦੇ ਨੇ। ਪਤਾਲ 'ਚ ਦੈਂਤ ਰਹਿੰਦੇ ਆ ਸੈਂਟਰ 'ਚ ਆਪਾਂ ਮਾਤ ਲੋਕ 'ਚ ਮਨੁੱਖ ਰਹਿੰਦੇ ਆ, ਆਕਾਸ਼ ਦੇ ਵਿੱਚ ਦੇਵਤਿਆਂ ਦੀ ਦੁਨੀਆ। ਇਹਨੂੰ ਤਿੰਨ ਲੋਕ ਕਿਹਾ ਹੈ। ਤੇ ਉਹ ਵੇਲੇ ਕੀ ਹੋਇਆ, ਜਿਹੜੇ ਪਤਾਲ ਦੇ ਦੈਂਤ ਸੀ ਉਹਨਾਂ ਨੇ ਇੰਨੀ ਤਾਕਤ ਹਾਸਲ ਕਰ ਲਈ। ਪਹਿਲਾਂ ਤਾਂ ਉਹਨਾਂ ਨੇ ਸਾਡਾ ਮਾਤ ਲੋਕ ਜਿੱਤ ਲਿਆ, ਆਪਣੀ ਧਰਤੀ ਜਿੱਤ ਲਈ ਹੇਠਾਂ ਦੇ ਪਤਾਲ 'ਚੋਂ ਆ ਕੇ। ਫਿਰ ਉਹਨਾਂ ਨੇ ਸਾਡੀ ਧਰਤੀ ਤੋਂ ਉਡਾਨ ਭਰੀ, ਉੱਪਰ ਜਾ ਕੇ ਦੇਵਤਿਆਂ ਦੇ ਰਾਜ ਤੇ ਕਬਜ਼ਾ ਕਰ ਲਿਆ। ਤੇ ਇਹਨੂੰ ਸਮਝਣ ਲਈ ਇੱਕ ਜਿਹੜੀ ਅੱਜ ਕੱਲ੍ਹ ਵਾਰਤਾ ਚੱਲ ਰਹੀ ਹੈ ਉਹਨੂੰ ਏਲੀਅਨ ਕਹਿੰਦੇ ਨੇ। ਵਿਦੇਸ਼ੀ ਲੋਕ ਇਹਨਾਂ ਨਾਟਕਾਂ ਚੇਟਕਾਂ 'ਚ ਵੀ ਦਿਖਾ ਰਹੇ ਆ ਉਹ ਚੀਜ਼, ਉਹਨਾਂ ਨੂੰ ਏਲੀਅਨ ਕਹਿੰਦੇ ਨੇ। ਉਹ ਦੂਜੇ ਗ੍ਰਹਿਾਂ ਤੋਂ ਆਉਂਦੇ ਆ। ਹਜ਼ਾਰਾਂ ਸਾਲ ਪਹਿਲਾਂ, ਯੁੱਗ ਪਹਿਲਾਂ ਉਹਨਾਂ ਨੇ ਸਾਡੀ ਧਰਤੀ ਤੇ ਕਬਜ਼ਾ ਕਰ ਲਿਆ ਸੀ। ਫਿਰ ਉਹਨਾਂ ਨੇ ਜਾ ਕੇ ਦੇਵਤਿਆਂ ਦੀ ਦੁਨੀਆ, ਆਕਾਸ਼ ਲੋਕ, ਉਹਦੇ ਤੇ ਕਬਜ਼ਾ ਕਰ ਲਿਆ। ਇੰਦਰ ਦੇ ਆਸਣ ਤੇ ਬਹਿ ਗਿਆ ਜੋ ਉਹਨਾਂ ਦਾ ਮੁਖੀ ਸੀ, ਵੀਰ ਜਨਾਬ। ਉਹਦਾ ਨਾਮ ਸੀਗਾ, ਸਾਰੇ ਏਲੀਅਨ ਦੈਂਤਾਂ ਦਾ ਮੁਖੀ ਸੀ ਜਿਹੜਾ ਵੀਰ ਜਨਾਦ। ਉਹਨੇ ਜਾ ਕੇ ਇੰਦਰ ਦੇ ਆਸਣ ਤੇ ਕਬਜ਼ਾ ਕਰ ਲਿਆ। ਬ੍ਰਹਮੇ ਦੀ, ਵਿਸ਼ਨੂੰ ਦੀ, ਸ਼ਿਵ ਜੀ ਦੀ, ਸਾਰਿਆਂ ਦੀਆਂ ਪੁਰੀਆਂ ਖਾਲੀ ਕਰਾਤੀਆਂ, ਕਬਜ਼ਾ ਕਰ ਲਿਆ, ਦੈਂਤ ਬਿਠਾਤੇ ਉੱਥੇ। ਕੁਝ ਦੇਵਤੇ ਤਾਂ ਕੈਦ ਕਰ ਲਏ, ਉਹਨਾਂ ਦੇ ਬੱਚੇ, ਘਰ ਵਾਲੀਆਂ ਤੋਂ ਲੈ ਕੇ ਸਭ ਬੰਦੀ ਬਣਾ ਲਏ। ਤੇ ਕੁਝ ਕੁ ਉੱਥੋਂ ਭਾਈ ਆਸੇ-ਪਾਸੇ ਹੋਣ 'ਚ ਕਾਮਯਾਬ ਹੋ ਗਏ। ਉਹਨਾਂ ਨੇ ਜੰਗਲਾਂ 'ਚ ਲੁਕ ਕੇ ਫਿਰ ਭਗਤੀ ਆਰੰਭ ਕਰਤੀ। ਇੱਧਰ ਤਾਂ ਉਹਨਾਂ ਨੇ ਭਗਤੀ ਆਰੰਭ ਕਰ ਲਈ ਜੰਗਲਾਂ 'ਚ ਲੁਕ ਛਿਪ ਕੇ, ਤੇ ਉਧਰ ਜਿਹੜਿਆਂ ਨੇ ਸੁਰਗਾਂ ਤੇ ਕਬਜ਼ਾ ਕਰਿਆ ਸੀ ਉਹਨਾਂ ਦੇ ਪਾਪਾਂ ਦਾ ਭਾਰ ਵਧਣਾ ਸ਼ੁਰੂ ਹੋ ਗਿਆ। ਉਹਨਾਂ ਨੇ ਜਿੰਨੀਆਂ ਦੇਵਤਿਆਂ ਦੀਆਂ ਲੜਕੀਆਂ ਸੀ ਉਹਨਾਂ ਨਾਲ ਜ਼ਬਰ ਜਨਾਹ ਕੀਤੇ। ਦੇਵਤਿਆਂ ਦੇ ਘਰਾਂ 'ਚ ਦੈਂਤਾਂ ਦੀ ਔਲਾਦ ਪੈਦਾ ਹੋ ਗਈ। ਇਹਨੂੰ ਆਮ ਦੁਨੀਆਦਾਰੀ ਕਹਿੰਦੀ ਹੈ ਜ਼ਮੀਨ ਆਕਾਸ਼ ਦਾ ਫਰਕ ਹੈ, ਪਰ ਉਹਨਾਂ ਨੇ ਫਰਕ ਮਿਟਾਤਾ। ਉਹ ਪਤਾਲ ਦੇ ਦੈਂਤ, ਉਹ ਆਕਾਸ਼ ਦੀਆਂ ਦੇਵੀਆਂ, ਪਰ ਉਹਨਾਂ ਨੇ ਆਪਣੀ ਸੰਤਾਨ ਪੈਦਾ ਕਰਤੀ ਦੇਵਤਿਆਂ ਦੇ ਘਰ 'ਚ। ਹੋਰ ਬੜਾ ਜ਼ੁਲਮ ਪਾਪ ਕਰਨ, ਬਹੁਤ ਦੇਵੀਆਂ ਆਪਣੇ ਪੇਟ 'ਚ ਕਟਾਰਾਂ ਮਾਰ ਕੇ ਮਰ ਗਈਆਂ। ਉਹਨਾਂ ਨੇ ਦੈਂਤਾਂ ਨੂੰ ਕਬੂਲ ਨਹੀਂ ਕਰਿਆ, ਉਹਨਾਂ ਦਾ ਸੰਤਾਪ ਵੀ ਉਹਨਾਂ ਦੇ ਸਿਰ ਮੜਿਆ ਗਿਆ। ਜਦੋਂ ਇੰਨਾ ਪਾਪ ਵੱਧ ਗਿਆ, ਫਿਰ ਅਕਾਲ ਪੁਰਖ ਨੇ ਇੱਕ ਅਵਤਾਰ ਧਾਰਨ ਕੀਤਾ ਦੇਵਤਿਆਂ ਦੀ ਰੱਖਿਆ ਕਰਨ ਵਾਸਤੇ, ਆਪਣੀ ਧਰਤੀ ਦੇ ਵਾਸੀਆਂ ਦੀ ਰੱਖਿਆ ਕਰਨ ਵਾਸਤੇ। ਉਹ ਅਵਤਾਰ ਦਾ ਨਾਮ ਹੈ ਸਰਬਲੋ ਮਹਾਰਾਜ। ਤੇ ਇਹਨੂੰ ਆਪਾਂ ਸੌਖਾ ਸਮਝੀਏ ਵੀ ਜਿਵੇਂ ਕਲਯੁਗ 'ਚ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਅਵਤਾਰ ਧਾਰਨ ਕੀਤਾ, ਇਦਾਂ ਹੀ ਅਕਾਲ ਪੁਰਖ ਨੇ ਉਹ ਦੈਂਤਾਂ ਨੂੰ ਖਤਮ ਕਰਨ ਵਾਸਤੇ ਸਰਬਲੋ ਅਵਤਾਰ ਧਾਰਨ ਕੀਤਾ। ਐਸਾ ਜੰਗੀ ਸਰੀਰ, ਕਹਿੰਦੇ ਬਈ ਆ ਜਿਹੜੇ ਦੰਦ ਨੇ ਆਪਣੇ ਮੁੱਖ 'ਚ, ਇਹਨਾਂ ਦੀ ਜਗ੍ਹਾ ਤੇ ਕਟਾਰਾਂ ਲੱਗੀਆਂ ਹੋਈਆਂ ਸਨ। ਨੱਕ ਵਿੱਚ ਦੀ, ਕੰਨਾਂ ਵਿੱਚ ਦੀ, ਜਿਵੇਂ ਤੋਪਾਂ ਗੋਲੇ ਵਰਸਾਉਂਦੀਆਂ ਨੇ, ਏਦਾਂ ਉਹਦੇ 'ਚੋਂ ਅੱਗ ਦੇ ਗੋਲੇ ਨਿਕਲਦੇ ਸੀ। ਮੁੱਖ 'ਚੋਂ ਵੀ ਅੱਗ ਦੀ ਲਾਟ ਨਿਕਲਦੀ ਸੀ। ਤੇ ਆਹ ਸਰੀਰ ਤੇ ਆਪਣੇ 3.5 ਕਰੋੜ ਰੋਮ ਦੱਸਦੇ ਆ, ਕੇਸ ਕਹਿ ਦਿੰਨੇ ਆ ਆਪਾਂ। ਇਹ ਵੀ ਛੁਰੀਆਂ ਵਾਂਗ ਸਰਬਲੋ ਮਹਾਰਾਜ ਦੇ ਸਰੀਰ ਤੇ ਖੜੇ ਸਨ, ਜਿਵੇਂ ਵਰਸ਼ੇ ਲੱਗੇ ਹੁੰਦੇ ਆ। ਇਹੋ ਜਿਹਾ ਬਜਰੰਗੀ ਸਰੀਰ ਬਣਾ ਲਿਆ ਅਕਾਲ ਪੁਰਖ ਨੇ। ਫੇਰ ਦੈਂਤਾਂ ਦਾ ਨਾਸ ਕਰਿਆ, ਦੇਵਤਿਆਂ ਦਾ ਦੇਵ ਲੋਕ ਉਹਨਾਂ ਤੋਂ ਖਾਲੀ ਕਰਾਇਆ, ਦੇਵਤਿਆਂ ਨੂੰ ਦਿੱਤਾ। ਸਾਡੀ ਧਰਤੀ ਉਹਨਾਂ ਤੋਂ ਮੁਕਤ ਕਰਾਈ।
ਤੇ ਉਹ ਤਾਂ ਨਹੀਂ, ਪਸ਼ੂ ਪੰਛੀ ਸਾਰਿਆਂ ਨੂੰ ਜਿਉਂਦੇ ਹੀ ਖਾ ਜਾਂਦੇ ਸੀ। ਇਹੋ ਜਿਹਾ ਭਿਆਨਕ ਉਹਨਾਂ ਨੇ ਜਿਹੜਾ ਮਾਹੌਲ ਸਿਰਜਤਾ ਤਿੰਨਾਂ ਲੋਕਾਂ ਦੇ ਵਿੱਚ। ਫਿਰ ਅਕਾਲ ਪੁਰਖ ਨੇ ਉਹਨਾਂ ਦੀਆਂ ਦੁਆਵਾਂ ਅਰਦਾਸਾਂ ਸੁਣ ਕੇ ਅਵਤਾਰ ਧਾਰਨ ਕੀਤਾ, ਜਿਹਦਾ ਨਾਮ ਸਰਬਲੋ ਅਵਤਾਰ ਹੈ। ਉਹ ਸਾਰੀ ਸਰਬਲੋ ਮਹਾਰਾਜ ਦੇ ਜੰਗ ਦੀ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾ ਭਗਤੀ ਕਰਦਿਆਂ ਨੂੰ ਦਿਸੀ, ਉਹ ਹਜੂਰ ਸਾਹਿਬ ਦੀ ਧਰਤੀ ਤੇ ਫਿਰ ਮਹਾਰਾਜ ਨੇ ਉਹ ਲਿਖ ਲਈ ਸਾਰੀ, ਇੱਕ ਪੋਥੀ ਤਿਆਰ ਹੋ ਗਈ। ਤੇ ਜਦੋਂ ਹੇਮਕੁੰਟ ਦੇ ਪਰਬਤ ਨੂੰ ਜਾਣ ਲੱਗੇ, ਉੱਥੇ ਇੱਕ ਬ੍ਰਹਮਾਨੰਦ ਦਾ ਮਹਾਤਮਾ ਸੀ। ਬ੍ਰਹਮਾਨੰਦ ਉਹਨਾਂ ਦਾ ਨਾਮ ਸੀ, ਸਾਧੂ ਦਾ, ਕਿਉਂਕਿ ਗੋਦਾਵਰੀ ਨਦੀ ਸਿਰੇ ਤੋਂ ਲੈ ਕੇ ਸਿਰੇ ਤਾਈਂ ਸਾਧੂ ਸੰਤਾਂ ਦੇ ਹੀ ਅਸਥਾਨ ਨੇ ਉਹਦੇ ਕਿਨਾਰੇ ਤੇ ਉਹ ਬ੍ਰਹਮਾਨੰਦ ਨੂੰ ਸਤਿਗੁਰਾਂ ਨੇ ਉਹ ਪੋਥੀ ਉਹਦੇ ਸਪੁਰਦ ਕਰਤੀ। ਕਹਿੰਦੇ ਵੀ ਬ੍ਰਹਮਾਨੰਦ ਜੀ, ਅਸੀਂ ਫੇਰ ਆਵਾਂਗੇ, ਫਿਲਹਾਲ ਅਸੀਂ ਹੇਮਕੁੰਟ ਦੇ ਪਰਬਤ ਨੂੰ ਜਾ ਰਹੇ ਹਾਂ, ਅਸੀਂ ਵਾਪਸ ਆਵਾਂਗੇ, ਉਦੋਂ ਇਹ ਪੋਥੀ ਸਾਨੂੰ ਵਾਪਸ ਕਰ ਦਿਓ, ਇਹ ਸਾਡੀ ਅਮਾਨਤ ਤੁਹਾਡੇ ਕੋਲੇ ਹੈ। ਫਿਰ ਕਲਗੀਧਰ ਜੀ, ਜਿਹੜੀ ਜਗ੍ਹਾ ਤੇ ਹੁਣ ਸੱਚਖੰਡ ਸ੍ਰੀ ਹਜੂਰ ਸਾਹਿਬ ਬਣਿਆ, ਉੱਥੇ ਹਵਨ ਕੁੰਡ ਬਣਿਆ ਸੀ। ਭਗਤੀ ਕਰਨ ਦੀਆਂ ਸਾਰੀਆਂ ਨਿਸ਼ਾਨੀਆਂ ਮਹਾਰਾਜ ਨੇ ਉੱਥੇ ਹੀ ਦੱਬਤੀਆਂ ਧਰਤੀ 'ਚ, ਮਿੱਟੀ ਪਾਤੀ, ਆਪ ਹੇਮਕੁੰਟ ਸਾਹਿਬ ਨੂੰ ਚਲੇ ਗਏ। ਉੱਥੋਂ ਦਾ ਹੁਣ ਇਹ ਪ੍ਰਸੰਗ ਹੈ ਵੀ ਭਗਤੀ ਕਰਦਿਆਂ ਅਕਾਲ ਪੁਰਖ ਨੇ ਉਹਨਾਂ ਨੂੰ ਉਠਾ ਲਿਆ ਤੇ ਇਹ ਬਚਨ ਕਹੇ, ਤਿਨ ਪ੍ਰਭ ਜਬ ਆਇਸ ਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਮਹਾਰਾਜ ਕਹਿੰਦੇ ਫਿਰ ਅਕਾਲ ਪੁਰਖ ਨੇ ਹੇਮਕੁੰਟ ਦੇ ਪਰਬਤ ਤੋਂ ਸਾਨੂੰ ਭਗਤੀ ਕਰਦਿਆਂ ਨੂੰ ਉਠਾ ਲਿਆ ਤੇ ਆਗਿਆ ਦਿੱਤੀ ਵੀ ਜਾਓ ਮਾਤ ਲੋਕ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਨਾਨਕ ਦੇ ਦਰਬਾਰ ਤੇ ਗੁਰਦੇਵ ਮਾਤਾ ਗੁਜਰੀ ਸਾਹਿਬ ਜੀ ਦੀ ਅੰਮ੍ਰਿਤ ਕੁੱਖ ਤੋਂ ਜਾ ਕੇ ਅਵਤਾਰ ਧਾਰਨ ਕਰੋ ਤੇ ਜਬਰ ਜ਼ੁਲਮ ਦਾ ਨਾਸ਼ ਕਰੋ। ਇਹ ਆਗਿਆ ਹੋ ਗਈ। ਨਾਲ ਗਿਆ ਤੁਸੀਂ ਇੱਕ ਖਾਲਸਾ ਪੰਥ ਸਾਜਣਾ ਹੈ ਦੁਨੀਆ ਦੇ ਤਖਤੇ ਤੇ ਮਹਾਰਾਜ ਨੇ ਰਹਿ ਰਸ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ, ਕਲਗੀਧਰ ਸਾਹਿਬ ਕਹਿੰਦੇ ਉਸ ਵੇਲੇ ਮੈਂ ਉੱਠ ਕੇ ਖੜਾ ਹੋ ਗਿਆ, ਹੱਥ ਜੋੜ ਲਏ ਅਕਾਲ ਪੁਰਖ ਦੇ ਅੱਗੇ ਵੀ ਹੇ ਅਕਾਲ ਪੁਰਖ ਜੀ, ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਕਹਿੰਦੇ ਜੀ ਪੰਥ ਚੱਲੇਗਾ, ਪਰ ਅਗਰ ਤੁਸੀਂ ਸਹਾਇਤਾ ਕਰੋਗੇ ਫੇਰ ਪੰਥ ਚੱਲੇਗਾ। ਤੇ ਅਕਾਲ ਪੁਰਖ ਕਹਿੰਦੇ ਸਦਾ ਹੀ ਅੰਗ ਸੰਗੇ, ਤੁਹਾਡੇ ਸਦਾ ਅੰਗ ਸੰਗ ਰਹਾਂਗੇ। ਇਹ ਆਗਿਆ ਪਾ ਕੇ ਕਲਗੀਧਰ ਸਾਹਿਬ ਜੀ ਫਿਰ ਹੇਮਕੁੰਟ ਦੇ ਪਰਬਤ ਤੋਂ ਤਬ ਹਮ ਜਨਮ ਕਲੂ ਮਹਿ ਲੀਆ। ਕਲੂ ਨਾਮ ਹੈ ਕਲਯੁਗ ਦਾ, ਆ ਜਿਹੜਾ ਹੁਣ ਯੁੱਗ ਚੱਲ ਰਿਹਾ, ਆਪਣੇ ਯੁੱਗ 'ਚ ਫਿਰ ਅਵਤਾਰ ਧਾਰਨ ਕੀਤਾ ਪਾਤਸ਼ਾਹ ਨੇ। ਚਿਤ ਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਮਹਾਰਾਜ ਕਹਿੰਦੇ ਸਾਡਾ ਚਿੱਤ ਨਹੀਂ ਕਰਦਾ ਸੀ ਆਉਣ ਨੂੰ, ਹੇਮਕੁੰਟ ਦਾ ਪਰਬਤ ਛੱਡ ਕੇ ਇੱਥੇ ਆਉਣ ਵਾਸਤੇ ਸਾਡਾ ਚਿੱਤ ਨਹੀਂ ਮੰਨਦਾ ਸੀ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ, ਕਿਉਂਕਿ ਸਾਡੀ ਸੁਰਤੀ ਪ੍ਰਭੂ ਚਰਨਾਂ ਤੇ ਬੰਦਗੀ ਦੇ ਵਿੱਚ ਚੁਭੀ ਹੋਈ ਸੀ, ਭਾਵ ਕਿ ਦੂਜਾ ਕੋਈ ਫੁਰਨਾ ਹੀ ਨਹੀਂ ਆ ਰਿਹਾ ਸੀ। ਉਸ ਵੇਲੇ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਏ। ਜਿਵੇਂ ਕਿਵੇਂ ਮਹਾਰਾਜ ਨੇ ਫਿਰ ਅਕਾਲ ਪੁਰਖ ਨੇ ਧੀਰਜ ਦਿੱਤਾ ਵੀ ਦੁਸ਼ਟ ਦਮਨ ਅਸੀਂ ਜਾਣਾ ਤੇਰੇ ਰੂਪ ਦੇ ਵਿੱਚ, ਤੇ ਅਸੀਂ ਗੁਰੂ ਨਾਨਕ ਸਾਹਿਬ ਬਣ ਕੇ ਆ ਪਾਤਸ਼ਾਹੀਆਂ ਦਾ ਜਿਹੜਾ ਕਾਰਜ ਇਹ ਆਰੰਭ ਕੀਤਾ ਤੇ ਉਹ ਹੁਣ 9ਵੀਂ ਪਾਤਸ਼ਾਹੀ ਤੱਕ ਪਹੁੰਚ ਗਿਆ। ਸਾਡੀ ਉਹ ਗੁਰੂ ਨਾਨਕ ਸਾਹਿਬ ਵਾਲੀ ਜੋਤ 10ਵੀਂ ਜਗ੍ਹਾ ਦੇ ਵਿੱਚ ਅਸੀਂ ਤੇਰੇ ਵਿੱਚ ਰੱਖਣੀ ਹੈ। ਤੁਹਾਡੇ ਤੋਂ ਇਹ ਪੰਥ ਦੀ ਰਚਨਾ ਕਰਾਉਣੀ ਹੈ। ਫਿਰ ਕਲਗੀਧਰ ਸਾਹਿਬ ਕਹਿੰਦੇ ਮੈਂ ਹੁਕਮ ਸੱਤ ਕਹਿ ਦਿੱਤਾ ਕਿ ਸਤ ਵਚਨ ਅਕਾਲ ਪੁਰਖ ਜੀ ਤੁਸੀਂ ਆਪ ਕਿਰਪਾ ਕਰਿਓ, ਇਹ ਸਾਰੇ ਕਾਰਜ ਸੰਪੂਰਨ ਹੋਣਗੇ। ਤਾਂ ਇਸੇ ਤਰ੍ਹਾਂ ਹੀ ਫਿਰ
ਕਲਗੀਧਰ ਸਾਹਿਬ ਨੇ ਆਪਣੇ ਅਵਤਾਰ ਦੀ ਜਿਹੜੀ ਸਾਰੀ ਵਿਥਿਆ ਦੱਸੀ, ਅਕਾਲ ਪੁਰਖ ਨੇ ਹੋਰ ਬੜੇ ਵਰਦਾਨ ਦਿੱਤੇ, ਕਿਉਂ ਭਗਤੀ ਬਹੁਤ ਹੋ ਚੁੱਕੀ ਸੀ। ਕਹਿੰਦੇ ਮੈਂ ਆਪਣਾ ਸੁਤ ਤੋਹੇ ਨਵਾਜਾ, ਕਹਿੰਦੇ ਦੁਸ਼ਟ ਦਮਨ ਮੈਂ ਆਪਣਾ ਪੁੱਤਰ ਬਣਾ ਕੇ ਭੇਜਣਾ ਤੈਨੂੰ। ਪੰਥ ਪ੍ਰਚਰ ਕਰਬੇ ਕਹੋ ਸਾਜਾ, ਕਿਉਂਕਿ ਤਤ ਖਾਲਸਾ ਪ੍ਰਗਟਿਓ ਜਾਹਰ, ਬਾਣੀ ਬਾਣੇ ਸ਼ਸਤਰਾਂ ਅਸਤਰਾਂ ਨਾਲ ਲੈਸ, ਤੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਉਹ ਪੰਥ ਪ੍ਰਚਰ ਕਰਬੇ ਕਹੋ ਸਾਜਾ, ਉਹ ਪੰਥ ਨੂੰ ਪ੍ਰਚਲਿਤ ਕਰਨ ਲਈ ਤੁਹਾਡੀ ਸਾਜਨਾ ਕੀਤੀ ਹੈ। ਮਹਾਰਾਜ ਕਹਿੰਦੇ ਜਾਏ ਤਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਕਹਿੰਦੇ ਤੁਸੀਂ ਜਾਓ ਮਾਤ ਲੋਕ 'ਚ, ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲਾਂ 'ਚ ਜਾ ਕੇ ਅਵਤਾਰ ਲਓ ਤੇ ਧਰਮ ਚਲਾਓ ਦੁਨੀਆ ਤੇ। ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਹੈ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਉਹਨੂੰ ਤੁਸੀਂ ਪੂਰਾ ਕਰੋਗੇ। ਕਬੁੱਧ ਕਰਨ ਤੇ ਲੋਕ ਹਟਾਏ, ਤੇ ਕਬੁੱਧ ਕੀ ਆ? ਵਹਿਮ ਭਰਮ ਝੂਠ ਜੂਠ, ਇਹ ਕਰਨ ਤੋਂ ਹਟਾਓ ਜਾ ਕੇ ਦੁਨੀਆ ਨੂੰ। ਕੁਰਾਹੇ ਪੈ ਗਿਆ ਸੰਸਾਰ, ਤੁਸੀਂ ਉਹਨਾਂ ਨੂੰ ਸੱਚਾ ਧਰਮ ਵਿਖਾਓ, ਸੱਚੇ ਅੰਮ੍ਰਿਤ ਤੇ ਨਾਮ ਦੀ ਦਾਤ ਦਿਓ। ਇਹ ਆਗਿਆ ਹੋਈ ਅਕਾਲ ਪੁਰਖ ਦੀ। ਤਾਂ ਇਉਂ ਫਿਰ ਤਬ ਹਮ ਜਗਤ ਜਨਮ ਧਰ ਆਇਓ, ਤਦੋਂ ਮਹਾਰਾਜ ਕਹਿੰਦੇ ਫਿਰ ਇਹ ਅਵਤਾਰ ਮਾਤ ਲੋਕ ਦੇ ਵਿੱਚ ਹੋਇਆ। ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਮਹਾਰਾਜ ਕਹਿੰਦੇ ਅਸੀਂ ਇਸ ਕਾਰਜ ਲਈ ਦੁਨੀਆ ਤੇ ਆਏ ਆ। ਪ੍ਰਤੱਖ ਕਰਤਾ ਮਹਾਰਾਜ ਨੇ ਵੀ ਅਕਾਲ ਪੁਰਖ ਦੀ ਆਗਿਆ 'ਚ ਆਏ ਆ, ਆਹ ਕੰਮ ਕਰਨ ਲਈ ਆਏ ਆ, ਪੰਥ ਸਾਜਣਾ ਦੁਨੀਆ ਤੇ। ਜਹਾਂ ਤਹਾਂ ਤੁਮ ਧਰਮ ਬਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ। ਜਹਾਂ ਤਹਾਂ ਦਾ ਭਾਵ ਹੁੰਦਾ ਜਿੱਥੇ ਕਿੱਥੇ। ਤੇ ਅੱਜ ਪੂਰੇ ਵਰਲਡ ਦੇ ਵਿੱਚ ਗੁਰੂ ਕੀ ਸਿੱਖੀ ਪ੍ਰਸਾਰਿਤ ਹੈ। ਹਰ ਮੁਲਕ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਤੇ ਗੁਰੂ ਕੇ ਪੰਥ ਦੀ ਅਕਾਲ ਪੁਰਖ ਦੀ ਫੌਜ ਵਿਚਰ ਰਹੀ ਹੈ। ਦੁਸ਼ਟ ਦੋਖੀਆਂ ਪਕੜ ਪਛਾਰੋ, ਤੇ ਦੁਸ਼ਟਾਂ ਤੇ ਦੋਸ਼ੀਆਂ ਨੂੰ ਪਕੜ ਕੇ ਪਛਾੜ ਦਿਓ। ਅਕਾਲ ਪੁਰਖ ਕਹਿੰਦੇ ਦੰਡ ਦਿਓ ਉਹਨਾਂ ਨੂੰ ਜੋ ਗਰੀਬਾਂ ਮਜਲੂਮਾਂ ਤੇ ਜ਼ਬਰ ਜ਼ੁਲਮ ਕਰਦੇ ਆ। ਜਾਹੀ ਕਾਜ ਧਰਾਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਇੱਥੇ ਪ੍ਰਤੱਖ ਕਰਤਾ ਬਾਦਸ਼ਾਹ ਨੇ, ਕਹਿੰਦੇ ਯਾਹੀ ਕਾਜ, ਇਸੇ ਕੰਮ ਲਈ ਧਰਾਹਮ ਜਨਮੰ, ਅਸੀਂ ਅਵਤਾਰ ਧਾਰਨ ਕੀਤਾ। ਸਮਝ ਲਿਓ ਸਾਧੂ ਸਭ ਮਨਮੰ, ਐ ਸੰਤ ਜਨੋ, ਕਿਉਂਕਿ ਸੰਤਾਂ ਤੇ ਉਦੋਂ ਬੜਾ ਖਤਰਾ ਪਿਆ ਸੀ। ਔਰੰਗਜ਼ੇਬ ਨੇ ਕਤਲ ਹੀ ਸੰਤਾਂ ਦੇ ਕੀਤੇ। ਕਹਿੰਦਾ ਜਾਂ ਕਰਾਮਾਤ ਵਿਖਾਓ ਤੇ ਨਹੀਂ ਮੌਤ ਦੇ ਘਾਟ ਉਤਰੋ। ਹੁਣ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡਾ ਕੌਣ ਸੰਤ ਹੈ? ਉਹਨਾਂ ਨੂੰ ਵੀ ਸ਼ਹੀਦ ਕੀਤਾ। ਇੱਕ ਸਰਮਦ ਨਾਮ ਦਾ ਫਕੀਰ ਸੀ, ਉਹ ਨਾਲੇ ਮੁਸਲਮਾਨ ਸੀ, ਉਹਨੂੰ ਵੀ ਸ਼ਹੀਦ ਕਰਤਾ। ਹੋਰ ਕਿਤਨਿਆਂ ਕਦੇ ਨਾਮ ਲਈਏ। ਤੇ ਕਲਗੀਧਰ ਨੇ ਹੁਣ ਭਰੋਸਾ ਦਿੱਤਾ ਉਹਨਾਂ ਨੂੰ, ਕਹਿੰਦੇ ਯਾਹੀ ਕਾਜ ਧਰਾਹਮ ਜਨਮੰ, ਹੇ ਸੰਤ ਜਨੋ, ਹੁਣ ਤੁਹਾਡੀ ਸੁਰੱਖਿਆ ਲਈ ਅਸੀਂ ਮਾਤ ਲੋਕ ਦੇ ਵਿੱਚ ਆ ਰਹੇ ਹਾਂ। ਇਸੇ ਕਾਰਜ ਕਰਕੇ ਹੀ ਹੇਮਕੁੰਟ ਦਾ ਪਰਬਤ ਛੱਡਿਆ। ਮਹਾਰਾਜ ਕਹਿੰਦੇ ਯਾਹੀ ਕਾਜ, ਤੇ ਸਮਝ ਲਿਓ ਸਾਧੂ ਸਭ ਮਨਮੰ, ਇਹ ਸਾਧੂ ਜਨੋ ਸਾਧ ਸਮੂਹ ਪ੍ਰਸੰਨ ਫਿਰੈ ਜਗ, 70 ਸਵੈ ਅਵਲੋਕ ਚਪਾਂਗੇ। ਮਹਾਰਾਜ ਕਹਿੰਦੇ ਹੁਣ ਬੰਦਗੀ ਕਰਨ ਵਾਲੇ ਪ੍ਰਸੰਨਤਾ ਨੂੰ ਧਾਰਨ ਕਰਨਗੇ ਤੇ ਦੁਸ਼ਟਾਂ ਦੋਖੀਆਂ ਦੇ ਸਿਰ ਤੇ ਕਾਲ ਕੜਕੇਗਾ। ਸਮਝ ਲਿਓ ਸਾਧੂ ਸਭ ਮਨਮੰ, ਇਹ ਸਾਧੂ ਜਨੋ ਹੁਣ ਨਿਰਭੀਤ ਹੋ ਜੋ, ਤੁਹਾਡੀ ਸੁਰੱਖਿਆ ਲਈ ਦੁਸ਼ਟ ਦਮਨ ਆ ਚੁੱਕਾ ਹੈ। ਵਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਐਸੇ ਬਰਿਆਮ ਤੇ ਅਕੇਲਾ ਇਕਲੌਤੇ ਹੀ ਸੀਗੇ ਕਲਗੀਧਰ ਸਾਹਿਬ ਜੀ। ਤੇ ਕਵੀਆਂ ਨੇ ਉਹਨਾਂ ਦੀ ਸੋਭਾ 'ਚ
बहुत बड़े जस लिखे ने। मैं अकेला ही चला था जानवे मंजिल मगर लोग साथ आते गए काफिला बनता गया। महाराज इकलौते ही सीगे, कहते मैं इस मंजिल नूं सर करन लई 1.25 लाख ही आया सी, पर लोग साथ आते गए काफिला बनता गया। ते हौली हौली मुगलिया सल्तनत नूं वक्त पाता पातशाह ने, जिन्हां दा राज चढ़दे सूरज तो लਹਿੰਦੇ तक सी, उन्हां दी जम्मी होई सल्तनत तबाह करती पातशाह ने। भावें सरबंस लग गया, माता पिता पुत्र शहीद, भूआ दे पुत्रां तक गंगो शाह संगो शाह, साडे गुरदेव पिता धन गुरु हरगोबिंद साहब जी, उन्हां दे मानयोग सपुत्री बीबी बीरो जी इकलौती सपुत्री गुरु हरगोबिंद साहब जी दे सन। ते उन्हां दे पुत्र गंगो शाह संगो शाह भंगाणी दी जंग च शहीद होए। इस करके महाराज कहंदे साडा इहो ही मिशन है कि धर्म चलावन संतो वारन। असी धर्म नूं चलाउणा दुनिया दे तख्ते ते। हुण ये नहीं भी बंदगी करन वालियां नूं कोई फांसी लटका देवेगा। धर्म चलावन संत उबारन, ते जेड़े बंदगी सेवा सिमरन करन वाले आ उन्हां नूं कलगीधर साहब कहंदे चकना, उन्हां दी शोभा वडियाई कराउणी है। दुष्ट सबन को मूल उपारन, ते जेड़े दुष्टताई नूं प्राप्त ने खुद अपना धर्म पल्ले नहीं है, दूजियां दा कहंदे रहन नहीं देना। महाराज कहंदे जड़ों पट्टांगे उन्हां नूं। दुष्ट सबन को मूल उपारन, मूल कहंदे जड़ नूं, उपारन कहिए पट देना। ऐसा बचन बिलास अकाल पुरख दे नाल कलगीधर साहब जी ने कीते। 1766 ये बिक्रमी संमत है, सतगुरु जी दे अवतार दिहाड़ियां निमित्त ये बचन बचित्र नाटक दे 10वें गुरु ग्रंथ साहब जी दे श्री मुख वाक हैं। इस तरह जन्म होया किवें कित्थे होया वो भी दसदे ने। अथ कब जन्म कथनन चौपई, कई कहते 10वें गुरु ग्रंथ साहब के बाबत आउल जलूल विचारते हैं। इत्थे खुद पातशाह ने दर्ज किया अथ कब जन्म, कब हुंदा कवि लिखारी, भाव के 10वें गुरु ग्रंथ साहब नूं जिहड़े लिख रहे ने वो कवि का महाराज कहते हुण जन्म दसदे हैं। ते इहो ही प्रसंग की आरंभता हुई है। अब मैं अपनी कथा विखानो। अथ कब जन्म कथनम चौपई, मुरपुत पूर्व कीयस प्याना। मुरपित मेरे पिता गुरु तेग बहादुर साहब जी, जिन्हों ने पूर्व बिहार की दिशा च प्याना गई है चाला पाया। उदों सारे ही असाम वगैरह गुरु तेग बहादुर साहब जी ने बड़ा लंबा दौरा कराया सी। क्यों, ये भी गुरु ग्रंथ साहब च दस्सिया। कहते जिहड़े तीर्थ सीगे ना हिंदुस्तान दे, उन्होंने लोगों ने मैले करता, पाप कमाई जाते हैं, तीर्थां ते नहाई जाते हैं। कहते बौर कमावा होए नसंक, जमपुर बांध खरे का लंक। वो तीर्थ कहते महाराज सानू तो पापां नाल फुल करता दुनिया ने, ते हुण साडी मैल तुसीं लाहो। कई कहते महाराज तीर्थ नहाउण गए सी, वो सतगुरु ते आप जिथे विराजमान हो जाते हैं उत्थे तीर्थ उपज पैंदा, ते उन्हां नूं तीर्थां दे इशनान की की लोड़ सी। असल विच वो तीर्थां ते किरपा करन गए सन, क्योंकि गुरु ग्रंथ साहब च शब्द लिखिया भी तीर्थां नूं सुच्चे करन वास्ते अपने मुबारक चरण उन्हां दे विच पाए गुरु तेग बहादुर साहब ने। ते ये शब्द आउंदा कहंदे किलविख भरे पर हमरे बीच, हमरी मैल साधु की धूर गवाई। ये तीर्थ कहंदे ने
ਕਹਿੰਦੇ ਦੁਨੀਆਦਾਰੀ ਪਾਪਾਂ ਨਾਲ ਭਰ ਕੇ ਸਾਡੇ ਵਿੱਚ ਆ ਕੇ ਪੈ ਜਾਂਦੀ ਹੈ, ਤੀਰਥਾਂ ਤੇ ਇਸ਼ਨਾਨ ਕਰ ਜਾਂਦੀ ਹੈ। ਤੇ ਉਹ ਕਹਿੰਦੇ ਜਦੋਂ ਅਸੀਂ ਮੈਲੇ ਹੋ ਜਾਂਦੇ ਆ, ਫਿਰ ਸਾਡੀ ਮੈਲ ਸਤਿਗੁਰੂ ਪਾਤਸ਼ਾਹ ਤੇ ਉਹਦੇ ਦਰੋਂ ਸਾਜੇ ਨਵਾਜੇ ਮਹਾਂਪੁਰਖਾਂ ਦੇ ਜਦੋਂ ਚਰਨ ਪੈਂਦੇ ਨੇ, ਉਹ ਤੀਰਥ ਕਹਿੰਦੇ ਫਿਰ ਸਾਡੀ ਮੈਲ ਉਤਰਦੀ ਹੈ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਨ ਅਰਥਾ। ਤੀਰਥਾਂ ਤੇ ਜਾ ਕੇ ਵੀ ਦੁਨੀਆ ਗੁੰਮਰਾਹ ਹੋ ਜਾਂਦੀ ਹੈ। ਮਹਾਰਾਜ ਨੇ ਉਹਨਾਂ ਦਾ ਉਧਾਰ ਕਰਨ ਲਈ ਤੀਰਥਾਂ ਦਾ ਸਹੀ ਮਕਸਦ ਦੱਸਣ ਲਈ ਯਾਤਰਾ ਕੀਤੀ। ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਇਹ ਸਮਝਾਉਣ ਵਾਸਤੇ। ਤਾਂ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਰਪੁੱਤ ਪੂਰਵ ਕੀਸ ਬਿਆਨਾ, ਭਾਂਤ ਭਾਂਤ ਕੇ ਤੀਰਥ ਨਨ। ਭਾਂਤ ਭਾਂਤ ਕੇ 68 ਤੀਰਥ ਨੇ ਹਿੰਦੁਸਤਾਨ ਦੇ, ਸਾਰਿਆਂ ਨੂੰ ਮੁਬਾਰਕ ਚਰਨ ਪਾ ਕੇ ਪਵਿੱਤਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਜਬ ਹੀ ਜਾਤ ਤਰਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਇਹ ਇਲਾਹਾਬਾਦ ਦੇ ਵਿੱਚ ਪੈਂਦਾ ਤਰਵੇਣੀ ਸੰਗਮ। ਹਿੰਦੁਸਤਾਨੀ 3 ਨਦੀਆਂ ਨੂੰ ਮੁੱਖ ਮੰਨਦੇ ਨੇ, ਗੰਗਾ, ਜਮਨਾ ਤੇ ਸਰਸਵਤੀ। ਗੰਗਾ ਵੀ ਪ੍ਰਗਟ ਚੱਲਦੀ ਹੈ, ਜਮਨਾ ਵੀ ਪ੍ਰਗਟ ਹੈ, ਪੌਂਟਾ ਸਾਹਿਬ ਦੇ ਪਿਛਲੇ ਪਾਸੇ ਦੀ ਗੁਜ਼ਰਦੀ ਹੈ, ਤੇ ਗੰਗਾ ਹਰਿਦੁਆਰ ਉੱਪਰੋਂ ਹੇਮਕੁੰਟ ਸਾਹਿਬ ਤੋਂ ਉਤਰਦੀ ਹੈ। ਤੇ ਉੱਥੇ ਜਿਹੜਾ ਇਲਾਹਾਬਾਦ ਦਾ ਸਮਾਗਮ ਹੈ, ਸੰਗਮ ਹੈ, ਉੱਥੇ ਇਹਨਾਂ ਦਾ ਮੰਨਣਾ ਵੀ ਜਿਹੜੀ ਤੀਜੀ ਨਦੀ ਆ ਸਰਸਵਤੀ, ਉਹ ਕਹਿੰਦੇ ਧਰਤੀ ਦੇ ਹੇਠਾਂ ਦੀ ਆ ਕੇ ਮਿਲਦੀ ਆ। ਤੀਸਰੀ ਸਰਸਵਤੀ, ਤੇ ਉਹ ਧਰਤੀ ਦੇ ਅੰਦਰ ਦੀ ਗੁਪਤ ਆ ਕੇ ਉੱਥੇ 3 ਸੰਗਮ ਬਣਦੇ ਨੇ, ਉਹਨੂੰ ਤਰਵੇਣੀ ਸੰਗਮ ਕਹਿੰਦੇ ਆ। ਉਦੋਂ ਸਤਿਗੁਰੂ ਜੀ ਤਰਵੇਣੀ ਸੰਗਮ ਤੇ ਪੜਾ ਕਰਕੇ ਬੈਠੇ ਸਨ, ਲੰਗਰ ਲਾਏ ਹੋਏ ਸੀ, ਹੋਰ ਸਭ ਤੇ ਕਿਰਪਾ ਬਖਸ਼ਿਸ਼ ਕਰ ਰਹੇ ਸੀ ਪਾਤਸ਼ਾਹ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਕਲਗੀਧਰ ਸਾਹਿਬ ਕਹਿੰਦੇ ਫਿਰ ਤਹੀ ਪ੍ਰਕਾਸ਼ ਹਮਾਰਾ ਭਇਓ। ਉਦੋਂ ਬਿਹਾਰ ਦੀ ਜਿਹੜੀ ਉਹ ਸਟੇਟ ਸੀਗੀ, ਪਟਨਾ ਸਾਹਿਬ ਵਾਲਾ ਸਥਾਨ ਸੀਗਾ। ਤਹੀ ਪ੍ਰਕਾਸ਼ ਹਮਾਰਾ ਭਇਓ, ਕਲਗੀਧਰ ਸਾਹਿਬ ਕਹਿੰਦੇ ਉੱਥੇ ਸਾਡਾ ਫਿਰ ਅਵਤਾਰ ਹੋਇਆ, ਪ੍ਰਕਾਸ਼ ਹੋਇਆ। ਪਟਨਾ ਸ਼ਹਿਰ ਵਿਖੇ ਭਵ ਲਿਓ, ਪਟਨਾ ਉਸ ਸ਼ਹਿਰ ਦਾ ਨਾਮ ਸੀ, ਉੱਥੇ ਅਸੀਂ ਅਵਤਾਰ ਧਾਰਨ ਕੀਤਾ। ਮਦਰ ਦੇਸ ਹਮਕੋ ਲੈ ਆਏ, ਭਾਂਤ ਭਾਂਤ ਦਾਈਨ ਦੁਲਰਾਏ। ਮਦਰ ਦੇਸ਼ ਕਹਿੰਦੇ ਆਪਣੇ ਪੰਜਾਬ ਨੂੰ। ਸਤਿਗੁਰੂ ਕਲਗੀਧਰ ਸਾਹਿਬ ਕਹਿੰਦੇ ਫਿਰ ਹੌਲੀ ਹੌਲੀ ਤੀਰਥਾਂ ਤੇ ਯਾਤਰਾ ਕਰਦੇ ਮੈਨੂੰ ਪੰਜਾਬ ਵੱਲ ਨੂੰ ਲੈ ਆਏ ਪਿਤਾ ਜੀ। ਭਾਂਤ ਭਾਂਤ ਦਾਈਨ ਦੁਲਰਾਏ। ਤੇ ਦਾਈ ਆਮ ਕਰਕੇ ਜਿਹੜੇ ਸਿਆਣੇ ਬਜ਼ੁਰਗ ਬੱਚਿਆਂ ਦੀ ਸੰਭਾਲ ਕਰਦੇ ਨੇ, ਉਹਨਾਂ ਨੂੰ ਕਹਿ ਦਿੰਦੇ ਆ ਦਾਈ ਦਾਇਆ। ਮਹਾਰਾਜ ਕਹਿੰਦੇ ਬਹੁਤ ਪਿਆਰ ਦਿੱਤਾ। ਕਿੰਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਖਿਆ। ਬਹੁਤ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਸੁਰੱਖਿਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇ ਭਾਂਤ ਭਾਂਤ ਦੀ ਸਿੱਖਿਆ ਵੀ ਮੈਨੂੰ ਦਿੱਤੀ। ਜਬ ਹਮ ਧਰਮ ਕਰਮ ਮੋ ਆਏ, ਦੇਵ ਲੋਕ ਤਬ ਪਿਤਾ ਸਿਧਾਏ। ਪਰ ਅਫਸੋਸ ਕਹਿੰਦੇ ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਕਲਗੀਧਰ ਸਾਹਿਬ ਕਹਿੰਦੇ ਜਦੋਂ ਮੈਂ ਸੁਰਤ ਸੰਭਾਲੀ, ਜਦੋਂ ਮੈਨੂੰ ਕਿਸੇ ਆਪਣੇ ਪਰਾਏ ਦਾ ਇਲਮ ਹੋਇਆ, ਦੁਨੀਆਦਾਰੀ ਦਾ ਗਿਆਨ ਆਇਆ, ਧਰਮ ਕਰਮ ਦੇ ਵਿੱਚ ਮੈਂ ਪ੍ਰਵੇਸ਼ ਹੋਇਆ, ਉਦੋਂ ਨੂੰ ਮੇਰੇ ਪਿਤਾ ਜੀ ਸ਼ਹੀਦ ਹੋ ਗਏ। ਜਬ ਹਮ ਧਰਮ ਕਰਮ ਮੋ ਆਏ, ਦੇਵ ਲੋਕ ਤਬ ਪਿਤਾ ਸਿਧਾਏ। ਤਦੋਂ ਮੇਰੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਵ ਲੋਕ ਕਹੀਏ ਸੱਚਖੰਡ ਪਿਆਨਾ ਕਰ ਗਏ। ਤੇ ਫਿਰ ਰਾਜ ਸਾਜ ਜਬ ਹਮ ਪਰ ਆਇਓ, ਜਥਾ ਸ਼ਕਤ ਤਬ ਧਰਮ ਚਲਾਇਓ। ਮਹਾਰਾਜ ਕਹਿੰਦੇ ਫਿਰ ਰਾਜ ਸਾਜ ਸਾਡੇ ਤੇ ਆ ਗਿਆ, ਜਥਾ ਸ਼ਕਤ ਫਿਰ ਉਹਨਾਂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਹੀ ਤੇ ਧਰਮ ਦਾ ਇਹ ਸਾਰਾ ਗੁਰੂ ਘਰ ਦਾ ਕਿਰਿਆ ਮਰਜ਼ਾਦਾ ਅਸੀਂ ਅੱਗੇ ਚਲਾਈ। ਫਿਰ ਆ ਕੇ ਆਨੰਦਪੁਰ ਸਾਹਿਬ ਡੇਰਾ ਕਰ ਲਿਆ, ਤੇ ਫਿਰ ਆਨੰਦਪੁਰੀ ਦੀਆਂ ਰੌਣਕਾਂ ਨੂੰ ਕੌਣ ਭੁੱਲਿਆ। ਉੱਥੋਂ ਦਾ ਅਜਬ ਨਜ਼ਾਰਾ
ਸਾਧ ਸੰਗਤ ਜੀ, ਇੰਦਰ ਦਾ ਆਸਣ ਵੀ ਸ਼ਰਮਾਉਂਦਾ ਸੀ ਕਲਗੀਧਰ ਦਾ ਦਰਬਾਰ ਵੇਖ ਕੇ। 5 ਕਿਲੇ ਬਣਾਏ ਅਨੰਦਪੁਰ ਸਾਹਿਬ 'ਚ ਮਹਾਰਾਜ ਨੇ, ਤੇ ਪੰਥ ਵੀ ਉੱਥੇ ਹੀ ਸਾਜਿਆ 1699 ਦੀ ਵਿਸਾਖੀ ਨੂੰ। ਜਿਹੜਾ ਬਚਨ ਹੇਮਕੁੰਟ ਦੇ ਪਰਬਤ ਤੇ ਅਕਾਲ ਪੁਰਖ ਨਾਲ ਹੋਇਆ ਸੀ, ਉਹ ਅਨੰਦਪੁਰ ਸਾਹਿਬ ਪੂਰਾ ਕੀਤਾ। 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾ ਕੇ ਤਤ ਖਾਲਸਾ ਪ੍ਰਗਟਿਓ ਜਾਹਰ, ਸਭ ਥਾਂ ਮੁਖਤਿਆਰ ਖਾਲਸਾ ਕੀਓ। ਤੇ ਕਿਹਨੂੰ ਇਸ ਵਾਰਤਾ ਦਾ ਪਤਾ ਨਹੀਂ ਕਿ ਜਿਹੜਾ ਪੰਥ ਕਲਗੀਧਰ ਜੀ ਨੇ ਸਾਜਿਆ ਉਹ ਕਿਹੋ ਜਿਹਾ। ਇਸ ਕਰਕੇ ਅਨੰਦਪੁਰ ਸਾਹਿਬ ਦੀਆਂ ਉਹ ਰੌਣਕਾਂ, ਇੱਕ ਪਾਸੇ 5 ਪਿਆਰੇ ਸਜੇ ਹੋਏ ਨੇ ਪਾਤਸ਼ਾਹ ਦੇ ਦਰਬਾਰ 'ਚ, ਇੱਕ ਪਾਸੇ 4 ਸਾਹਿਬਜ਼ਾਦੇ ਨੇ ਸ਼ਸਤਰਾਂ ਨਾਲ ਲੈਸ ਹੋ ਕੇ, ਫਿਰ ਏਕ ਸੇ बढ़ कर एक सूरमा ਕਲਗੀਧਰ ਦੇ ਦਰਬਾਰੀ। 52 ਕਵੀ ਬੈਠੇ ਨੇ ਆਪੋ ਆਪਣੀ ਜਗ੍ਹਾ ਤੇ। ਵਿਦਵਾਨਾਂ ਦਾ ਬੜਾ ਸਤਿਕਾਰ ਕਰਦੇ ਸੀ ਪਾਤਸ਼ਾਹ। ਇਤਨਾ ਵੱਡਾ ਇਜਲਾਸ, ਹਾਥੀ ਦੰਦ ਦੇ ਬਣੇ ਪਲੰਘੇ ਤੇ ਵਿਰਾਜਮਾਨ ਨੇ ਪਾਤਸ਼ਾਹ। ਉੱਪਰ ਚੰਦੋਆ ਲੱਗਿਆ ਹੀਰੇ ਮੋਤੀ ਜਵਾਹਰਾਤ ਲਾਲ ਪੰਨੇ ਸਬਜ਼ ਮਣੀਆਂ ਨਾਲ ਜੜਿਆ ਹੋਇਆ, ਤੇ ਉਸ ਵੇਲੇ ਦੀ 1.25 ਲੱਖ ਦੀ ਚੌਂਕੀ, ਉਹਦੇ ਤੇ ਚਰਨ ਰੱਖਦੇ ਸੀ ਪਾਤਸ਼ਾਹ। ਚਿੱਟੇ ਰੰਗ ਦਾ ਹਾਥੀ ਮਹਾਰਾਜ ਨੂੰ ਚੌਰ ਸਾਹਿਬ ਕਰਦਾ, ਤੇ 1.25 ਤੋਲਾ ਹਰ ਤੀਰ ਤੇ ਲਾਉਂਦੇ ਸੋਨਾ, ਹੱਥ ਵਿੱਚ ਫੜ ਕੇ ਘੁਮਾਉਂਦੇ ਹੌਲੀ ਹੌਲੀ ਤਖਤ ਤੇ ਬੈਠ ਕੇ ਕਲਗੀਧਰ ਪਾਤਸ਼ਾਹ। ਇਹ ਉਹਨਾਂ ਦੀ ਸੋਭਾ ਵਡਿਆਈ ਆ। ਇੱਕ ਵਾਰ ਕਹਿੰਦੇ ਪਹਾੜੀਆ ਭੀਮ ਚੰਦ ਕਿਸੇ ਦੇ ਕਹੇ ਕਹਾਇਆ ਅਨੰਦਪੁਰ ਸਾਹਿਬ ਆ ਗਿਆ। ਕਹਿੰਦਾ ਮੈਂ ਵੇਖ ਕੇ ਆਉਣਾ, ਆ ਛੋਟੀ ਜੀ ਉਮਰ ਦਾ ਬਾਲਕ ਗੁਰੂ ਹੈ, ਬੜਾ ਕਹਿੰਦੇ ਪ੍ਰਤਾਪ ਹੈ। ਇਹਨੇ ਕੀ ਕਰਿਆ, ਸਾਰਾ ਸਾਜੋ ਸਮਾਜ ਜਾ ਲਾਇਆ ਰਾਜਿਆਂ ਵਾਲਾ, ਆਦਮ ਕੱਦ ਸ਼ੀਸ਼ੇ ਦੇ ਮੂਹਰੇ ਖੜ ਕੇ ਕਹਿੰਦੇ ਨੇ ਆਪਣਾ ਪ੍ਰਤਾਪ ਵੇਖਿਆ, ਤੇ ਆਪਣੇ ਆਪ ਨੂੰ ਕਹਿਣ ਲੱਗਿਆ ਭੀਮ ਚੰਦਾ ਬਹੁਤ ਤੇਰਾ ਪ੍ਰਤਾਪ ਹੈ, ਪਹਾੜ ਦਾ ਤੂੰ ਰਾਜ ਹੈ। ਜਦੋਂ ਤੂੰ ਕਲਗੀਧਰ ਦੇ ਸਾਹਮਣੇ ਹੋਏਗਾ ਨਾ, ਉਹ ਤੈਨੂੰ ਨਮਸਕਾਰ ਕਰ ਦੇਣਗੇ। ਆਪਣੇ ਮਨ 'ਚ ਹੀ ਆਉਂ ਸੋਚ ਰਿਹਾ। ਤੇ ਜਦੋਂ ਚੜ੍ਹਿਆ ਆਨੰਦਗੜ੍ਹ ਦੇ ਕਿਲੇ 'ਚ, ਅੱਗੇ ਵੇਖੇ ਬਲੀ ਸੂਰਮੇ ਤੈਨਾਤ ਕਲਗੀਧਰ ਸਾਹਿਬ ਦੇ ਆਸੇ ਪਾਸੇ। ਜਦੋਂ ਦਰਬਾਰ ਦੇ ਸਾਹਮਣੇ ਆਇਆ ਨਾ, ਇਹਦੇ ਤੋਂ ਸਿਰ ਹੀ ਨਹੀਂ ਚੱਕਿਆ ਗਿਆ। ਸਾਹਮਣੇ ਹੀਰੇ ਮੋਤੀਆਂ ਜਵਾਹਰਾਤਾਂ ਨਾਲ ਚਮਕਾਰੇ ਪਾਉਂਦੀ ਕਲਗੀ ਪਾਤਸ਼ਾਹ ਦੇ ਦਮਾਲੇ ਤੇ ਸੋਭਦੀ ਆ। ਇੱਕ ਪਾਸੇ ਬਾਜ ਬੈਠਾ ਸੁਨਹਿਰੀ, ਤੀਰ ਕਮਾਨ ਭੱਥਾ ਢਾਲ ਤਲਵਾਰ ਨਾਲ ਲੈਸ ਪਾਤਸ਼ਾਹ ਤਖਤ ਤੇ ਬੈਠੇ ਨੇ। ਭੀਮ ਚੰਦ ਤੋਂ ਨਜ਼ਰਾਂ ਹੀ ਨਹੀਂ ਚੱਕੀਆਂ ਗਈਆਂ। ਤਾਂ ਜਿਹੜਾ ਕਹਿੰਦਾ ਸੀ ਨਾ ਗੁਰੂ ਮੈਨੂੰ ਵੇਖਣ ਸਾਰੀ ਸਲਾਮ ਕਰ ਦੇਣਗੇ, ਤੇ ਭੀਮ ਚੰਦ ਪਹਾੜੀਏ ਤੋਂ ਨਜ਼ਰਾਂ ਨਹੀਂ ਮਿਲੀਆਂ ਕਲਗੀਧਰ ਸਾਹਿਬ ਨਾਲ। ਆ ਕੇ ਸਿੱਧਾ ਚਰਨਾਂ ਤੇ ਸੀਸ ਰੱਖਤਾ। ਮਹਾਰਾਜ ਨੇ ਫਿਰ ਹੌਸਲਾ ਦੇ ਕੇ ਠਾਇਆ ਇਹਨੂੰ। ਇਹੋ ਹੀ ਫਿਰ ਖੁਣਸਾਂ ਖਾਣ ਲੱਗ ਗਏ। ਮਹਾਰਾਜ ਦੇ ਦਰਬਾਰ ਦੀ ਚੜ੍ਹਤ ਸੋਭਾ ਵਡਿਆਈ ਇਹਨਾਂ ਤੋਂ ਜਰੀ ਨਾ ਗਈ। ਫੇਰ ਆ ਜਿਵੇਂ ਕਿਲਾ ਛੱਡਣ ਦਾ ਪ੍ਰਸੰਗ, ਚਮਕੌਰ ਸਾਹਿਬ ਦੀ ਗੜੀ ਦਾ ਪ੍ਰਸੰਗ, ਪਰਿਵਾਰ ਵਿਛੋੜਾ, ਇਹ ਪਾਤਸ਼ਾਹ ਦੀ ਜ਼ਿੰਦਗੀ ਦੇ ਪ੍ਰਸੰਗ ਨੇ, ਕੋਈ ਇਹਨਾਂ ਤੋਂ ਭੁੱਲਿਆ ਹੋਇਆ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ, ਸਾਡਾ ਇਹ ਮੁਲਕ ਭਾਰਤ ਵਰਸ਼ ਅੱਜ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਬੜੇ ਮਾਣ ਨਾਲ ਕਹਿੰਦੇ ਆ। ਪਰ ਇੱਕ ਦਿਨ ਇਹਦੇ ਤੇ ਉਹ ਵੀ ਸੀਗਾ ਜਦੋਂ ਵਿਦੇਸ਼ੀ ਹਮਲਾਵਰ ਆਉਂਦੇ, ਸਾਡੇ ਘਰਾਂ 'ਚੋਂ ਸਾਡੀਆਂ ਬਹੂਆਂ ਬੇਟੀਆਂ ਮਾਵਾਂ ਭੈਣਾਂ ਦੀ ਬੇਇੱਜ਼ਤੀ ਕਰਦੇ ਤੇ ਆਪਣੇ ਜ਼ੋਰ ਤੇ ਲੈ ਜਾਂਦੇ ਸਨ। ਤੇ ਕਿਸੇ ਹਿੰਦੁਸਤਾਨੀ ਦੀ ਜ਼ਰੂਰਤ ਨਹੀਂ ਪੈਂਦੀ ਸੀ ਆਪਣੀ ਇੱਜ਼ਤ ਪਤਿਆਬਰੋ ਦੀ ਰਾਖੀ ਕਰ ਲਵੇ। ਹਰ ਕੋਈ ਸੋਚਦਾ ਸੀ ਜਾਨ ਬਚੀ ਤੋਂ ਲਾਖੋਂ ਪਾਏ, ਵੀ ਆਪਣੀ ਜਾਨ ਬਚਾਓ, ਜਿਹਨੂੰ ਲਿਜਾਂਦੇ ਆ ਲੈ ਜਾਣ ਦਿਓ। ਇਹੋ ਜੀ ਹਾਲਤ ਹੋ ਗਈ ਸੀ। ਕਿਉਂ? ਹਜ਼ਾਰਾਂ ਸਾਲਾਂ ਦੀ ਗੁਲਾਮੀ ਘਰ ਕਰ ਗਈ ਸੀ ਮਨਾਂ ਦੇ ਵਿੱਚ। ਪਰ ਅਗਰ ਇਨਕਲਾਬ ਜਿੰਦਾਬਾਦ ਕੀਤਾ ਤੇ ਉਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦੇਣ ਹੈ।
ਅੱਜ ਦੁਨੀਆ ਦੇ ਨਕਸ਼ੇ ਤੇ ਇਸ ਭਾਰਤ ਵਰਸ਼ ਦੀ ਕੋਈ ਪਛਾਣ ਹੈ? ਅੱਜ ਖੁਦ ਮੁਖਤਿਆਰੀ ਹੈ ਤੇ ਉਹਨਾਂ ਦੀ ਕਿਰਪਾ ਸਦਕਾ ਪੂਰਾ ਸਰਬੰਸ ਕੁਰਬਾਨ ਕੀਤਾ। ਮਾਤਾ ਪਿਤਾ ਪੁੱਤਰਾਂ ਤੋਂ ਲੈ ਕੇ ਖੁਦ ਵੀ ਸਾਰਾ ਜੀਵਨ ਜੰਗਾਂ ਯੁੱਧਾਂ 'ਚ ਗੁਜ਼ਾਰਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਇਹ ਹਿੰਦੁਸਤਾਨ ਤੇ ਉਹਨਾਂ ਦੇ ਅਹਿਸਾਨ ਨੇ, ਉਹਨਾਂ ਦੀਆਂ ਬਖਸ਼ਿਸ਼ਾਂ ਨੇ। ਤਾਂ ਇਤਨਾ ਵੱਡਾ ਪਾਤਸ਼ਾਹ ਦੀ ਸੋਭਾ ਦਾ ਪ੍ਰਸੰਗ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਸਤਿਗੁਰੂ ਪਾਤਸ਼ਾਹ ਦੀ ਸੋਭਾ ਵਡਿਆਈ ਕਰਦਿਆਂ ਇਹ ਸ਼ਬਦ ਉਚਾਰਨ ਕੀਤੇ। ਕਹਿੰਦੇ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ। ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਦਾਸ ਮਨਾਈ ਕਾਲ ਕਾ ਖੰਡੇ ਕੀ ਵੇਲਾ। ਪੀਓ ਪਾਹਲ ਖੰਡ ਧਾਰ ਹੋਏ ਜਨਮ ਸੁਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਗੁਰ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਜਿਨ ਅਲਖ ਅਕਾਲ ਨਿਰੰਜਨਾ ਜਪਿਓ ਕਰਤਾਰਾ। ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਸਿਰ ਕੇਸ ਧਾਰ ਗਹਿ ਖੜਗ ਕੋ ਸਭ ਦੁਸ਼ਟ ਪਛਾਰਾ। ਸੀਲ ਜਤ ਕੀ ਕੱਛ ਪਹਿਰ ਪਕੜਿਓ ਹਥਿਆਰਾ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ। ਸਭ ਦੈਂਤ ਅਰਨ ਕੋ ਘੇਰ ਕਰ ਕੀਓ ਪ੍ਰਹਾਰਾ, ਜਬ ਸਹਿਜੇ ਪ੍ਰਗਟਿਓ ਜਗਤ ਮੈਂ ਗੁਰ ਜਾਪ ਅਪਾਰਾ। ਜੋ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ। ਇਹ ਨੀਲੇ ਬਾਣੇ ਦਾ ਬਚਨ ਕੀਤਾ। ਭੁਜੰਗੀਏ 5 ਸਿੰਘ ਜਿਹੜੇ 5 ਪਿਆਰੇ ਸਾਜੇ, ਨੀਲਾ ਬਾਣਾ ਪਾ ਕੇ ਮਹਾਰਾਜ ਨੇ ਫਿਰ ਉਹਨਾਂ ਨੂੰ ਅੰਮ੍ਰਿਤ ਤਿਆਰ ਕਰਵਾਇਆ। ਤੁਰਕ ਦੁਸ਼ਟ ਸਭ ਸ਼ਹਿ ਕੀਏ ਹਰ ਨਾਮ ਉਚਾਰਾ, ਤਿਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰਾ। ਜਹ ਰਾਜੇ ਸ਼ਾਹ ਅਮੀਰੜੇ ਹੋਏ ਸਭ ਸ਼ਾਰਾ, ਫਿਰ ਸੁਣ ਕਰ ਐਸੀ ਧਮਕ ਕੋ ਕੰਪੈ ਗਿਰ ਭਾਰਾ। ਜਦੋਂ ਰਣਜੀਤ ਨਗਾਰਾ ਵੱਜਦਾ ਸੀ ਨਾ ਸਾਧ ਸੰਗਤ, 22 ਧਾਰ ਪਹਾੜ ਕੰਬਦਾ ਸੀ ਪੂਰਾ। ਤਬ ਸਭ ਧਰਤੀ ਹਲਚਲ ਭਈ ਛਾਡੇ ਘਰ ਬਾਰਾ, ਇਉਂ ਐਸੇ ਦੁੰਦ ਕਲੇਸ਼ ਮੈਂ ਖਪਿਓ ਸੰਸਾਰਾ। ਇਹ ਔਰੰਗਜ਼ੇਬ ਦੇ ਰਾਜ ਦੀ ਵਾਰਤਾ ਹੈ। ਇੰਨਾ ਕਲੇਸ਼, ਦਿਨ ਚੜ੍ਹਦੇ ਹੀ ਕਤਲੋ ਗਾਰਤ ਲੁੱਟ ਪਾਟ, ਕਹਿੰਦੇ ਦੁੰਦ ਕਲੇਸ਼ ਦੇ ਵਿੱਚ ਖਪ ਗਿਆ ਸੰਸਾਰ। ਤਹ ਬਿਨ ਸਤਗੁਰ ਨਹੀਂ ਕੋਈ ਹੈ ਭੈ ਕਾਟਣ ਹਾਰਾ, ਗਹਿ ਐਸੇ ਖੜਗ ਦਿਖਾਇਨ ਕੋ ਸਕੈ ਨਾ ਝੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਸਾਡੇ ਸਿੰਘ ਸਾਹਿਬ ਬਾਦਸ਼ਾਹ ਦਰਵੇਸ਼ ਦਸ਼ਮੇਸ਼ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਦਾ ਹੀ ਪੰਥ ਦੇ ਅੰਗ ਸੰਗ ਨੇ। ਉਹ ਹੋ ਗਏ ਨਹੀਂ ਹੱਡੇ, ਅੱਜ ਵੀ ਹਾਜ਼ਰ ਨਾਜ਼ਰ ਨੇ। ਉਹ ਮੁਗਲਿਆ ਸਲਤਨਤ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਉਹਨਾਂ ਦੇ ਕਿਲੇ ਵੀ ਖੰਡਰ ਹੋ ਗਏ ਨੇ, ਪਰ ਕਲਗੀਧਰ ਦਾ ਪੰਥ ਅੱਜ ਵੀ ਬੁਲੰਦ ਹੈ। ਅੱਜ ਵੀ ਅੰਮ੍ਰਿਤ ਛਕਾਉਂਦਾ, ਧਰਮ ਦਾ ਪ੍ਰਚਾਰ ਕਰਦਾ, ਜੋੜ ਮੇਲ ਮਨਾਉਂਦਾ ਤੇ ਗੁਰੂ ਕੇ ਸਥਾਨਾਂ ਦੀ ਸੇਵਾ ਸੰਭਾਲ ਰਾਖੀ ਕਰਦਾ। ਵਿਸ਼ਵ ਦੇ ਵਿੱਚ ਚੱਕਰਵਰਤੀ ਵਿਚਰ ਰਿਹਾ ਹੈ। ਤੇ ਜਿਹੜੇ ਵਰਦਾਨ ਦਿੱਤੇ ਨੇ, ਮਹਾਰਾਜ ਕਹਿੰਦੇ ਮੇਰਾ ਖਾਲਸਾ ਉਹਦੇ ਅਸਤ ਲੋ ਰਾਜ ਕਰੇਗਾ, ਉਹਦੇ ਅਸਤ ਤੱਕ ਰਾਜ ਹੋਏ, ਹੋਰ ਨ ਰਹਸੀ ਕੋਏ। ਜਿੱਥੋਂ ਸੂਰਜ ਚੜ੍ਹਿਆ ਤੇ ਜਿੱਥੇ ਜਾ ਕੇ ਛਿਪਣਾ, ਮਹਾਰਾਜ ਕਹਿੰਦੇ ਐਡਾ ਰਾਜ ਕਰਨਾ ਮੇਰੇ ਖਾਲਸੇ ਨੇ। ਤੇ ਦੂਜਾ ਗੁਰੂ ਨਾਨਕ ਸਾਹਿਬ ਨੇ ਕਰਨੀ ਨਾਵੇਂ 'ਚ ਆ ਜਿਹੜਾ ਰਾਜ ਕਰੇਗਾ ਖਾਲਸਾ ਸ਼ਬਦ ਆਪਾਂ ਪੜ੍ਹਦੇ ਹਾਂ ਦੋਹਰੇ 'ਚ, ਇਹ ਕਲਗੀਧਰ ਜੀ ਦਾ ਨਹੀਂ ਹੈ। ਇਹ ਪਹਿਲੀ ਪਾਤਸ਼ਾਹੀ ਦਾ ਉਚਾਰਨ ਕੀਤਾ ਤੇ ਉਚਾਰਨ ਵੀ ਮੱਕੇ ਦੇ ਵਿੱਚ ਹੋਇਆ। ਉਹ ਸਾਊਦੀ ਅਰਬ ਮੱਕਾ ਮਦੀਨਾ ਰੁਕਨਦੀਨ ਕਾਜੀ ਨੂੰ ਸੰਬੋਧਨ ਹੋ ਕੇ ਕਰਨੀ ਨਾਮਾ ਉਚਾਰਿਆ ਤੇ ਉਹਦੇ 'ਚ ਪਾਤਸ਼ਾਹ ਨੇ ਇਹ ਬਚਨ ਕੀਤੇ, ਕਹਿੰਦੇ 1400 ਸਹੰਸਰ ਬਰਖ ਲਓ ਰਾਜ ਐਸਾ ਹੋਏ।
1400,000 ਸਾਲ ਪੂਰੇ ਵਰਲਡ ਤੇ ਰਾਜ ਕਰਨਾ ਖਾਲਸੇ ਨੇ। ਤੇ ਇਸੇ ਸਦੱਸ 'ਚ ਮਹਾਰਾਜ ਨੇ ਜਿਵੇਂ ਬੰਦਾ ਸਿੰਘ ਬਹਾਦਰ ਭੇਜਿਆ, ਉੱਦਾਂ ਹੀ ਹੁਣ ਇੱਕ ਨੇਕ ਕਲੰਕ ਅਵਤਾਰ ਭੇਜ ਰਹੇ ਨੇ। ਇਹ ਦਸਮ ਗੁਰੂ ਗ੍ਰੰਥ ਸਾਹਿਬ ਦੀ ਵਾਰਤਾ ਹੈ। ਇਸੇ ਕਰਕੇ ਤੇ ਇਹਨਾਂ ਲੋਕਾਂ ਨੂੰ ਭੈ ਆਉਂਦਾ ਇਸ ਬਾਣੀ ਤੋਂ, ਕਿਉਂਕਿ ਉਹਦੇ ਵਿੱਚ ਸੱਚ ਬਿਆਨ ਕੀਤਾ ਹੈ। ਪਾਤਸ਼ਾਹ ਨੇ ਆਪਣੇ ਬਾਰੇ ਵੀ ਦੱਸਿਆ, ਉਹਨਾਂ ਪੀਰਾਂ ਪੈਗੰਬਰਾਂ ਅਵਤਾਰਾਂ ਬਲੀ ਔਲੀਏ ਨਬੀਆਂ ਬਾਰੇ ਵੀ ਦੱਸਿਆ ਕਿ ਕੌਣ ਦੁਨੀਆ 'ਚ ਆ ਕੇ ਕੀ ਕਰਕੇ ਗਿਆ ਤੇ ਉਹਨਾਂ ਦਾ ਕਿਤਨਾ ਕੁ ਅਸਰ ਦੁਨੀਆ ਤੇ ਹੋਇਆ। ਤੇ ਜਿੱਥੇ ਨੇਕ ਕਲੰਕ ਅਵਤਾਰ ਆਉਣ ਵਾਲਾ ਅਵਤਾਰ ਹੈ, ਉਹਦੀਆਂ ਸਿਰਫ ਨਿਸ਼ਾਨੀਆਂ ਦੱਸੀਆਂ ਨੇ, ਕੋਈ ਡੇਟ ਨਹੀਂ ਹੈ। ਨਿਸ਼ਾਨੀਆਂ ਕੀ ਨੇ? ਮਹਾਰਾਜ ਕਹਿੰਦੇ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰਾ ਪ੍ਰਧਾਨ ਵੇ ਲਾਲੋ। ਸ਼ਰਮ ਧਰਮ ਦੁਨੀਆ ਦੇ ਹੱਥ 'ਚੋਂ ਖਿਸਕ ਜਾਵੇਗੀ ਤੇ ਕੂੜ ਪ੍ਰਧਾਨ ਹੋਵੇਗਾ। ਇਹ ਆਦਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਦਸਮ ਗੁਰੂ ਗ੍ਰੰਥ ਸਾਹਿਬ 'ਚ ਇਉਂ ਦੱਸਿਆ, ਮਹਾਰਾਜ ਕਹਿੰਦੇ ਪਿਤਾ ਸੁਤਾ ਪਿਤਾ ਤਨ ਰਮਤ ਨਿਸ਼ੰਕਾ, ਭਗਨੀ ਭਰਤ ਭਰਾਤ ਕਹਿ ਅੰਕਾ। ਪੁੱਤਰ ਹੈ ਸੇਜ ਸੋਵਤ ਲੈ ਮਾਤਾ, ਢੂੰਡਤ ਸਾਚ ਨਾ ਕਤਹੂ ਪਾਇਆ। ਸਕੇ ਭੈਣ ਭਰਾ, ਸਕੇ ਮਾਂ ਤੇ ਪੁੱਤਰ, ਪਿਓ ਤੇ ਧੀ, ਇਹ ਤਿੰਨ ਖੂਨੀ ਰਿਸ਼ਤੇ ਨੇ। ਕਲਗੀਧਰ ਸਾਹਿਬ ਨੇ ਦਸਮ ਗੁਰੂ ਗ੍ਰੰਥ ਸਾਹਿਬ 'ਚ ਅੱਜ ਤੋਂ 300 ਸਾਲ ਪਹਿਲਾਂ ਦਰਜ ਕਰਤਾ ਕਿ ਇਹ ਰਿਸ਼ਤਿਆਂ ਵਿੱਚ ਵੀ ਮੈਲ ਪੈ ਜਾਵੇਗੀ। ਇਤਨਾ ਕਲਯੁਗ ਵਰਤੇਗਾ, ਕਲਯੁਗ ਦਾ ਇੱਕ ਪੁੱਤਰ ਆਪਣੀ ਮਾਤਾ ਦੀ ਸੇਜ ਤੇ ਚਲਾ ਜਾਵੇਗਾ, ਕਲਯੁਗ ਦਾ ਇੱਕ ਭਰਾ ਆਪਣੀ ਭੈਣ ਦੀ ਸੇਜ ਤੇ ਚਲਾ ਜਾਵੇਗਾ, ਤੇ ਇੱਕ ਕਲਯੁਗੀ ਪਿਤਾ ਆਪਣੀ ਪੁੱਤਰੀ ਦੇ ਤਨ ਨੂੰ ਭੋਗੇਗਾ। ਇਹ ਐਲਾਨੀਆਂ ਬਾਣੀ 'ਚ ਲਿਖਿਆ ਹੋਇਆ। ਤੇ ਇਹ ਵੀ ਕਹਿਣ ਦਿਓ ਵੀ 50% ਇਹ ਖਬਰਾਂ ਆ ਚੁੱਕੀਆਂ ਨੇ ਅਖਬਾਰਾਂ 'ਚ। ਤੇ ਜਿਹੜੀ ਆ ਧਰਮ ਕਰਮ ਦੀ ਗੱਲ ਹੈ, ਮਹਾਰਾਜ ਕਹਿੰਦੇ ਅਤ ਸਾਧੂ ਅਤ ਰਾਜਾ, ਕਰਨ ਲੱਗੇ ਦੁਰਕਾਜਾ। ਹਾਈ ਕਮਾਨ ਦਾ ਰਾਜਾ ਤੇ ਹਾਈ ਕਮਾਨ ਦਾ ਸਾਧੂ, ਜਿਹਦੇ ਪਿੱਛੇ ਦੁਨੀਆ ਹੋਊਗੀ, ਉਹ ਹੀ ਦੁਰਕਾਜ ਕਰਨਗੇ। ਇਹ ਨੇਕ ਕਲੰਕ ਦੇ ਆਉਣ ਦੀਆਂ ਨਿਸ਼ਾਨੀਆਂ ਨੇ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰੇਗੀ ਦੁਨੀਆ, ਉਹ ਵੀ ਸਾਰਾ ਕੁਝ ਹੀ ਹੋ ਗਿਆ। ਇਹ ਦਸਮ ਗੁਰੂ ਗ੍ਰੰਥ ਸਾਹਿਬ ਦੇ ਨੇਕ ਕਲੰਕੀ ਅਵਤਾਰ 'ਚ ਲਿਖਿਆ। ਮਹਾਰਾਜ ਕਹਿੰਦੇ ਫਿਰ ਨਾ ਉਹ ਚੀਨ ਦੇ ਇਲਾਕੇ 'ਚੋਂ ਚੜ੍ਹਨਾ ਉਹਨੇ। ਸੰਬਲਪੁਰੀ ਉਹਦਾ ਨਾਮ ਦੱਸਿਆ। ਸਭ ਤੋਂ ਪਹਿਲਾਂ ਇੱਕ ਭਗਤੀ ਕਰਨ ਵਾਲਾ ਬ੍ਰਾਹਮਣ ਹੋਵੇਗਾ। ਦੁਨੀਆ ਭਗਤੀ ਕਰਨ ਵਾਲਿਆਂ ਨੂੰ ਫਾਹੇ ਟੰਗਣ ਲੱਗ ਜਾਵੇਗੀ, ਇਹੋ ਜਿਹਾ ਸਮਾਂ ਆ ਰਿਹਾ। ਤੇ ਫਿਰ ਉਹਨਾਂ ਦੀ ਰੱਖਿਆ ਕਰਨ ਲਈ ਅਕਾਲ ਪੁਰਖ ਨੇ ਨੇਕ ਕਲੰਕ ਅਵਤਾਰ ਭੇਜਣ। ਸਭ ਤੋਂ ਪਹਿਲਾਂ ਉਹਨੇ ਚੀਨ ਦੇ ਇਲਾਕੇ 'ਚ ਇੱਕ ਬ੍ਰਾਹਮਣ ਦੀ ਰੱਖਿਆ ਕਰਨੀ ਹੈ। ਰਾਜਾ ਉਹਨੂੰ ਹੁਕਮ ਦੇ ਦੇਗਾ ਬਈ ਇਹਨੂੰ ਕਤਲ ਕਰ ਦਿਓ, ਇਹ ਭਗਤੀ ਕਰਦਾ। ਉਹਨੂੰ ਭੋਰੇ 'ਚ ਲੈ ਜਾਣਗੇ ਤੇ ਭੋਰੇ 'ਚ ਜਦੋਂ ਉਹਨੂੰ ਕਤਲ ਕਰਨ ਲੱਗਣਗੇ, ਉੱਥੇ ਪਹਿਲਾ ਦਰਸ਼ਨ ਕਲਕੀ ਅਵਤਾਰ ਦਾ ਹੋਵੇਗਾ, ਨੇਕ ਕਲੰਕ ਦਾ। ਇਹ ਸ਼ਬਦ ਲਿਖੇ ਹੋਏ ਨੇ, ਕਹਿੰਦੇ ਪਰੀ ਸ਼ੂਕ ਭੋਰੇ ਮਝਾਰ, ਉਪਜਿਓ ਆਨ ਕਲਕੀ ਅਵਤਾਰ। ਤੇ ਐਸੀ ਜੰਗਜੂ ਫੌਜ ਹੋਣੀ ਆ ਉਹਦੇ ਨਾਲ ਵੀ ਜਿਹੜੇ ਮੁਲਕ ਤੇ ਚੜ ਪਿਆ, ਫਤਿਹ ਕਰਕੇ ਉਹਦੇ ਤੇ ਖਾਲਸਾਈ ਨਿਸ਼ਾਨ ਝੁਲਾ ਕੇ ਉਥੋਂ ਦੀ ਫੌਜ ਆਪਣੇ ਨਾਲ ਤੋਰ ਲੈਣੀ ਹੈ ਤੇ ਉੱਥੇ ਆਪਣੀ ਫੌਜ ਤਾਇਨਾਤ ਕਰ ਦੇਣੀ ਹੈ। ਇਉਂ ਫਿਰ ਪੂਰੇ ਵਰਲਡ ਤੇ ਖਾਲਸਾ ਰਾਜ ਹੋਵੇਗਾ। ਤੇ 1400,000 ਸਾਲ ਰਹਿੰਦੀ ਦੁਨੀਆ ਤੱਕ ਫਿਰ ਕੋਈ ਰਾਜ ਲੈ ਨਹੀਂ ਸਕੇਗਾ ਖਾਲਸੇ ਤੋਂ। ਇਹ ਬਚਨ ਸਤਿਗੁਰਾਂ ਦੇ ਦਰਜ ਕੀਤੇ ਹੋਏ ਨੇ। ਤੇ ਇਹਨਾਂ ਤੋਂ ਪਹਿਲਾਂ ਜਿਹੜੇ ਬਚਨ ਆਉਂਦੇ ਆ ਬਈ 10ਵਾਂ ਜਾਮਾ ਧਾਰਨ ਕਰਾਂਗਾ, ਆਨੰਦਪੁਰ 'ਚ ਬੈਠਾਂਗਾ, 4 ਵਰਨਾਂ ਦਾ ਇੱਕ ਰੂਪ ਕਰਾਂਗਾ, ਇਹ ਗੁਰੂ ਨਾਨਕ ਸਾਹਿਬ ਨੇ ਰੁਕਨਦੀਨ ਕਾਜੀ ਨੂੰ ਕਹੇ ਸੀ ਤੇ ਉਹ ਸੱਚ ਹੋ ਚੁੱਕੇ ਨੇ। 10ਵੇਂ ਪਾਤਸ਼ਾਹ ਵੀ ਅੱਜ ਹਾਜ਼ਰ ਨੇ, ਆਨੰਦਪੁਰ ਸਾਹਿਬ ਦਾ ਤਖਤ ਵੀ ਸਲਾਮਤ ਹੈ। 4 ਵਰਨਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਵਰਨ ਖਾਲਸਾ ਵੀ ਬਣਾਤਾ। ਤੇ ਹੁਣ ਅੱਗੇ ਜੰਗ ਯੁੱਧ ਦੀ ਵਾਰਤਾ ਆ ਰਹੀ ਹੈ। ਮਹਾਰਾਜ ਕਹਿੰਦੇ ਮਾਝੇ ਵਿੱਚ ਹੋਸਨੀ ਲੂਟਾਂਗੇ ਲਾਹੌਰ, ਪੋਠੋ ਹਾਰ ਕੋ ਸਾਧ ਕੈ ਫਿਰ ਲੇਵਾਂਗੇ ਪਿਸ਼ੌਰ, ਚੌਂਕੀ ਅਟਕ ਬਹਾਲ ਕੈ ਫਿਰ ਲੇਵਾ ਖੈਬਰ ਤੰਗ,
जलालाबाद को जीत के फिर काबल होवे जंग। हुण वो समा आ रहा ते एक दिन आवेगा दिल्ली तख्त पर बहेगी आप गुरु की फौज। छत्र फरावे शीस पर बड़ी करेंगे मौज। महाराज कहते फिर दिल्ली का लाल किला भी खालसाई परचम के हेठा होवेगा। उदय अस्त तक राज होए होर न रहसी कोय, नीला बाणा पहर के अवर न दिससी कोय। ये उन्हां दे भविखत बचन ने पातशाह दे। लोड़ हैगी उन्हां नूं सरधा नाल मन्नण दी ते सतगुरां दे बचनां नूं पूजण दी। सतगुरु जी किरपा करनी। आप तमाम संगतां सारे विश्व संसार नूं बंदी छोड़ पातशाह इन्हां स्थानां वल्लों सिंह सहबानां महापुरखां वल्लों कोट कोट भाई मुबारक होवे। सतगुरु जी दे अवतार दिहाड़े इन्हां पावन पुरबां दी ते सतगुरु जी किरपा करनी। जितना चेरे सारे वर्ल्ड दे खालसा राज सलामत नहीं हुंदा उतना चिर सानू भी मुक्ति की लोड़ नहीं है। वार वार हर जन्म गुरु पंथ बुढ़ा दल की सेवा विच ही भेजियो। बाणी बाणे शस्त्रां घोड़ियां नाल लैस करके गुरु पंथ की सेवा ताबिया विच रखना ये आप जी दे चरनां विच अरदास बेनती है। किरपा करनी महाराज सारे विश्व दे विच जहां जहां भी खालसा जी साहिब वस रहे ने आप जी ने रक्षा रियायत करनी। सारियां खुशियां खेड़े बख्शिश करने। तुम्हें छाड़ कोई अवर ना ध्याऊं, जो बर चाहो सो तुम ते पाऊं। सेवक सिख हमारे तारी है, चुन चुन सतर हमारे मारी है। खड़ग केत मैं सरन तिहारी, आप हाथ दे लेहो उबारी। सर्ब ठौर मोहो सहाई, दुष्ट दोख ते लेहो बचाई। आप जी ने किरपा करनी। सदा ही अपने घर की चरण शरण ते सेवा सिमरन विच रखना। सेवक सिख सब है करतारा, सुखी वसै मोरो परवार। आओ इत्थे विश्राम है, मेहर करके सुमत बख्शो जी। यों ऐसे द्वंद कलेश में खपे ओ संसारा, तह बिन सतगुर नहीं कोई है पै काटन हारा। गह ऐसे खड़ग दिखाए न को सकै न चेला, वाहो वाहो गोबिंद सिंह आपे गुर चेला। गह ऐसे खड़ग दिखाए को सकै न चेला, वाहो वाहो गोबिंद सिंह आपे गुर चेला। आए प्रभ शरणागति कृपा निध दयाल, एक अखर हर मन वस्त नानक होत निहाल। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक। हे गोविंद हे गुण निधान, जागै सदा विवेक। हे अपरंपर हर हरे, है पी होवनहार। हे संत है गै सदा संग, निधारा आधार। हे ठाकुर हो दासरो, मैं निर्गुण गुण नहीं कोय। नानक दीजै नाम दान, राखो हिया परोए। वाहिगुरु नाम जहाज है, चढ़े सो उतरे पार। जो शरदा कर सेव दे, गुर बार उतारन हार। जो शरदा कर सेव दे, गुर बार उतारन हार। जगारे जावे दशमेश पिता गुरु गोबिंद सिंह साहिब, आदि शक्ति माता साहिब देवा। 96 करोड़ शहीदां ਸਿੰਘਾਂ बाबा बुढ़ा साहब जी नूं भावे। सत श्री अकाल। गुरबर अकाल, तेगो तेग फतेह। वाहिगुरु जी का खालसा, वाहिगुरु जी की फतेह।